ਸਟਾਰ ਖਬਰਾਂ ਅਨੁਸਾਰ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਫਰਵਰੀ ਮਹੀਨੇ 'ਚ ਹੀ ਲਗਾਤਾਰ 3 ਵਾਰ ਵੱਧ ਚੁੱਕੀਆਂ ਹਨ। ਡੰਡੀ ਕੇਂਦਰ ਸਰਕਾਰ ਇਹ ਬੇਲੋੜੀਆਂ ਕੀਮਤਾਂ ਵਧਾਉਂਦੀ ਹੀ ਰਹਿੰਦੀ ਹੈ। ਡੰਡੀ ਪਹਿਲਾਂ ਤੋਂ ਹੀ ਮਹਿੰਗਾਈ ਦੇ ਬੇਰਹਿਮ ਪੁੜਾਂ 'ਚ ਬੁਰੀ ਤਰ੍ਹਾਂ ਪਿਸ ਰਹੇ ਦੇਸ਼ ਦੇ ਲੋਕਾਂ ਦੀ ਜੇਬ 'ਤੇ ਮੋਦੀ ਹਕੂਮਤ ਵੱਲੋਂ ਆਏ ਦਿਨ ਕੋਈ ਨਾ ਕੋਈ ਆਰਥਿਕ ਬੋਝ ਪਾਈ ਜਾਣਾ ਤਰਕ ਸੰਗਤ ਨਹੀਂ ਮੰਨਿਆ ਜਾ ਸਕਦਾ। ਡੰਡੀ ਸਰਕਾਰਾਂ ਨੂੰ ਸਮਝਣਾ ਚਾਹੀਦਾ ਹੈ ਕਿ ਆਮ ਲੋਕਾਂ ਦੇ ਕਮਾਈ ਦੇ ਸਾਧਨ ਉਹ ਹੀ ਹਨ, ਜਦ ਕਿ ਰਸੋਈ ਗੈਸ ਆਦਿ ਚੀਜ਼ਾਂ ਦੇ ਮੁੱਲ ਤੇਜ਼ੀ ਨਾਲ ਵਧ ਰਹੇ ਹਨ ਜਾਂ ਵਧਾਏ ਜਾ ਰਹੇ ਹਨ, ਜੋ ਕਿ ਬਰਦਾਸ਼ਤ ਤੋਂ ਬਾਹਰ ਦੀ ਗੱਲ ਹੁੰਦੀ ਜਾ ਰਹੀ ਹੈ। ਡੰਡੀ ਹਰ ਵਰਗ ਦੇ ਲੋਕਾਂ ਲਈ ਹੀ ਇਹਨਾਂ ਵਧੇ ਰੇਟਾਂ ਦਾ ਆਰਥਿਕ ਤੌਰ 'ਤੇ ਬੋਝ ਚੁੱਕਣਾ ਬਹੁਤ ਮੁਸ਼ਕਲ ਹੋਇਆ ਪਿਆ ਹੈ। ਡੰਡੀ ਸੋ ਜਿੱਥੇ ਸਾਡੀ ਕੇਂਦਰ ਸਰਕਾਰ ਨੂੰ ਦੇਸ਼ ਦੇ ਲੋਕਾਂ ਦਾ ਖਿਆਲ ਰੱਖਦੇ ਹੋਏ ਹਾਲ ਹੀ 'ਚ ਵਧਾਈਆਂ ਰਸੋਈ ਗੈਸ ਦੀਆਂ ਕੀਮਤਾਂ ਤੁਰੰਤ ਵਾਪਸ ਲੈਣੀਆਂ ਚਾਹੀਦੀਆਂ ਹਨ, ਉੱਥੇ ਸਾਨੂੰ ਸਭ ਲੋਕਾਂ ਨੂੰ ਵੀ ਇਕਮੁੱਠ ਹੋ ਕੇ ਸਿਰਫ ਰਸੋਈ ਗੈਸ ਸਿਲੰਡਰ ਹੀ ਨਹੀਂ ਸਗੋਂ ਅਮਰਵੇਲ ਵਾਂਗ ਚਾਰੇ ਪਾਸਿਓਂ ਵੱਧ ਫੁੱਲ ਰਹੀ ਮਹਿੰਗਾਈ ਦੇ ਵਿਰੁੱਧ ਲਾਮਬੰਦ ਹੋਣਾ ਚਾਹੀਦਾ ਹੈ। ਡੰਡੀ ਸਮੇਂ ਸਮੇਂ ਦੀਆਂ ਗੱਲਾਂ ਹੁੰਦੀਆਂ ਹਨ। ਕਦੇ ਸਮਾਂ ਹੁੰਦਾ ਸੀ ਆਪਣੇ ਘਰ ਵਿੱਚ ਹਮੇਸ਼ਾ ਰੌਣਕ ਲੱਗੀ ਰਹਿੰਦੀ ਸੀ। ਡੰਡੀ ਘਰ ਦੀਆਂ ਬੀਬੀਆਂ ਭੈਣਾਂ ਮਾਤਾਵਾਂ ਆਪਣੇ ਘਰ ਦੇ ਕੰਮ ਕਾਜਾਂ ਤੋਂ ਵਿਹਲੀਆਂ ਹੋ ਕੇ ਦਰਵਾਜ਼ੇ ਵਿੱਚ ਬੈਠਦੀਆਂ ਸਨ ਅਤੇ ਕੋਈ ਸਿਲਾਈ ਕਢਾਈ ਅਤੇ ਚਰਖੇ ਕੱਤਣ ਲੱਗ ਜਾਂਦੀਆਂ। ਡੰਡੀ ਫਿਰ ਸਾਰੇ ਆਂਢ ਗੁਆਂਢ ਦੀਆਂ ਬੀਬੀਆਂ ਇੱਕ ਦਰਵਾਜ਼ੇ ਵਿੱਚ ਬੈਠ ਕੇ ਨਾਲੇ ਕੰਮ ਕਰਦੀਆਂ ਅਤੇ ਨਾਲ ਨਾਲ ਗੱਲਾਂ ਬਾਤਾਂ ਕਰਦੀਆਂ ਸਨ। ਡੰਡੀ ਇਹ ਸੀ ਸਾਡਾ ਪੁਰਾਤਨ ਅਮੀਰ ਵਿਰਸਾ, ਜੋ ਸਮੇਂ ਦੇ ਬਦਲ ਜਾਣ ਨਾਲ ਅਲੋਪ ਹੋ ਰਿਹਾ ਹੈ। ਡੰਡੀ ਲੇਕਿਨ ਕਈ ਪਿੰਡਾਂ ਵਿੱਚ ਅੱਜ ਵੀ ਵੇਖਣ ਨੂੰ ਦਰਵਾਜ਼ਾ ਮਿਲ ਜਾਵੇਗਾ, ਪਰ ਪਹਿਲਾਂ ਵਾਲੀ ਚਹਿਲ ਪਹਿਲ ਨਹੀਂ ਮਿਲਦੀ। ਡੰਡੀ ਸੋ ਸਮੇਂ ਨੇ ਅਜਿਹੀ ਕਰਵਟ ਬਦਲੀ ਕਿ ਅਲੋਪ ਹੁੰਦਾ ਜਾ ਰਿਹਾ ਸਾਡਾ ਅਮੀਰ ਅਤੇ ਪੁਰਾਤਨ ਵਿਰਸਾ, ਦਰਵਾਜ਼ਾ ਅਤੇ ਸਾਡੀ ਭਾਈਚਾਰਕ ਸਾਂਝ। ਡੰਡੀ ਪਿਛਲੇ ਦਿਨੀਂ ਘੁਮਾਣ ਵਿਖੇ ਹੋਏ ਨੌਜਵਾਨ ਬੱਚੇ ਦੇ ਕਤਲ ਦੀ ਖਬਰ ਸੁਣ ਕੇ ਦਿਲ ਕੰਬ ਗਿਆ। ਡੰਡੀ ਦਿਨੋਂ ਦਿਨ ਵੱਧ ਰਹੇ ਅਪਰਾਧ ਇੰਨੇ ਕੁ ਵੱਧ ਗਏ ਹਨ ਕਿ ਹੁਣ ਤਾਂ ਮਾਪੇ ਆਪਣੇ ਬੱਚਿਆਂ ਨੂੰ ਸਕੂਲਾਂ ਵਿੱਚ ਭੇਜਣ ਤੋਂ ਵੀ ਡਰਦੇ ਹਨ। ਡੰਡੀ ਅਜੋਕੇ ਪੰਜਾਬੀ ਸੰਗੀਤ ਦਾ ਸਰੂਪ ਬਦਲ ਗਿਆ ਹੈ, ਜਿਸ ਦਾ ਸਿੱਧਾ ਪ੍ਰਭਾਵ ਨੌਜਵਾਨ ਪੀੜ੍ਹੀ ਉੱਪਰ ਪੈ ਰਿਹਾ ਹੈ। ਡੰਡੀ ਹੁਣ ਤਾਂ ਵਧੇਰੇ ਪੰਜਾਬੀ ਗੀਤਾਂ 'ਚ ਗੁੰਡਾਗਰਦੀ ਵੇਖਣ ਨੂੰ ਮਿਲਦੀ ਹੈ। ਡੰਡੀ ਪੰਜਾਬੀ ਗਾਇਕਾਂ ਨੂੰ ਅਪੀਲ ਹੈ ਕਿ ਗੀਤਾਂ 'ਚ ਗੁੰਡਾਗਰਦੀ ਨੂੰ ਪਹਿਲ ਦੇਣ ਦੀ ਬਜਾਏ ਨੈਤਿਕ ਕਦਰਾਂ ਕੀਮਤਾਂ ਅਤੇ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਗੀਤ ਗਾਉਣ, ਜਿਸ ਦਾ ਪ੍ਰਭਾਵ ਅਜੋਕੀ ਪੀੜ੍ਹੀ ਉੱਪਰ ਚੰਗਾ ਪਵੇ। ਡੰਡੀ ਮਾਪੇ ਵੀ ਆਪਣੇ ਬੱਚਿਆਂ ਨੂੰ ਕੰਟਰੋਲ ਵਿੱਚ ਰੱਖਣ ਅਤੇ ਘਰ ਦਾ ਮਾਹੌਲ ਅਜਿਹਾ ਬਣਾਉਣ ਜਿਸ ਨਾਲ ਬੱਚੇ ਦਾ ਮਾਨਸਿਕ ਵਿਕਾਸ
ਚੰਗਾ ਹੋ ਸਕੇ। ਡੈਂਡੀ ਸਾਨੂੰ ਅਧਿਕਾਰ ਹੈ ਕਿ ਅਸੀਂ ਆਪਣੇ ਦੇਸ਼ ਦੀ ਸਰਕਾਰ ਆਪ ਚੁਣੀਏ। ਡੈਂਡੀ ਇਸ ਚੋਣ ਲਈ ਸਾਨੂੰ ਵੋਟ ਪਾਉਣ ਦਾ ਅਧਿਕਾਰ ਹੈ। ਡੈਂਡੀ ਮਤਲਬ ਇਹ ਹੈ ਕਿ ਸਾਡੇ ਆਪਣੇ ਹੱਥ ਵਿੱਚ ਹੈ ਕਿ ਅਸੀਂ ਸਰਕਾਰ ਕਿਵੇਂ ਦੀ ਬਣਾਉਣੀ ਹੈ। ਡੈਂਡੀ ਚੋਣਾਂ ਨਾਲੋਂ ਵੋਟ ਵਧੇਰੇ ਮਹੱਤਵ ਅਤੇ ਕੀਮਤ ਰੱਖਦੀ ਹੈ। ਡੈਂਡੀ ਵੋਟਾਂ ਹੀ ਹਨ ਜੋ ਕਿਸੇ ਉਮੀਦਵਾਰ ਨੂੰ ਅਰਸ਼ 'ਤੇ ਪਹੁੰਚਾਉਂਦੀਆਂ ਹਨ ਜਾਂ ਅਰਸ਼ ਤੋਂ ਫਰਸ਼ 'ਤੇ ਪਹੁੰਚਾਉਂਦੀਆਂ ਹਨ। ਡੈਂਡੀ ਵੋਟ ਹਰ ਛੋਟੀ ਵੱਡੀ ਚੋਣ ਵਿੱਚ ਬਹੁਤ ਕੀਮਤੀ ਹੁੰਦੀ ਹੈ। ਡੈਂਡੀ ਆਪਣੀ ਵੋਟ ਦਾ ਕਿਧਰੇ ਅਸੀਂ ਗਲਤ ਇਸਤੇਮਾਲ ਤਾਂ ਨਹੀਂ ਕੀਤਾ, ਇਸ ਬਾਰੇ ਸੋਚਣਾ ਵਿਚਾਰਨਾ ਚਾਹੀਦਾ ਹੈ। ਡੈਂਡੀ ਦੇਸ਼ ਦੀ ਵਿਗੜਦੀ ਹਾਲਤ ਅਤੇ ਤਹਿਸ ਨਹਿਸ ਹੋਏ ਸਿਸਟਮ ਨੂੰ ਸਾਡੇ ਵੱਲੋਂ ਚੁਣੀਆਂ ਗਈਆਂ ਸਰਕਾਰਾਂ ਨੇ ਹੀ ਕੀਤਾ ਹੈ। ਡੈਂਡੀ ਜੇਕਰ ਸਰਕਾਰਾਂ ਗਲਤ ਹਨ ਤਾਂ ਸਾਡੀ ਵੋਟ ਨੇ ਗਲਤ ਉਮੀਦਵਾਰ ਚੁਣ ਕੇ ਸਰਕਾਰ ਬਣਾਈ ਹੈ। ਡੈਂਡੀ ਆਪਣੀ ਵੋਟ ਦੀ ਕੀਮਤ ਸਮਝਣੀ ਬੇਹੱਦ ਜ਼ਰੂਰੀ ਹੈ। ਡੈਂਡੀ ਜਿਹੜੇ ਪਾਸੇ ਵੰਡ ਕੇ ਅਤੇ ਸ਼ਰਾਬ ਦੇ ਕੇ ਵੋਟਾਂ ਲੈ ਰਹੇ ਹਨ ਉਹ ਦੇਸ਼ ਸਮਾਜ ਜਾਂ ਲੋਕਾਂ ਦਾ ਭਲਾ ਕਦੇ ਵੀ ਨਹੀਂ ਕਰ ਸਕਦੇ। ਡੈਂਡੀ ਵੋਟਰਾਂ ਦੀ ਸੋਚ ਸਮਝ ਅਤੇ ਸਿਆਣਪ ਦੇਸ਼ ਦਾ ਅਤੇ ਸਾਡਾ ਸਭ ਦਾ ਭਵਿੱਖ ਤੈਅ ਕਰਦੇ ਹਨ। ਡੈਂਡੀ ਵੋਟ ਮਹੱਤਵਪੂਰਨ ਹੈ ਅਤੇ ਬੇਹੱਦ ਕੀਮਤੀ। ਇਸ ਨੂੰ ਕਾਗਜ਼ ਦਾ ਟੁਕੜਾ ਨਾ ਸਮਝੋ। ਡੈਂਡੀ ਭਾਰਤ ਸਣੇ ਪੂਰੀ ਦੁਨੀਆ ਨੂੰ ਇੱਕਦਮ ਦਹਿਲਾ ਦੇਣ ਵਾਲੀ ਮਹਾਂਮਾਰੀ ਕੋਵਿਡ-19 ਦੀ ਚੁਣੌਤੀ ਦਾ ਮੁਕਾਬਲਾ ਕਰਨ ਲਈ ਭਾਰਤੀ ਵਿਗਿਆਨੀਆਂ ਵੱਲੋਂ ਵਿਕਸਿਤ ਵੈਕਸੀਨ ਅਤੇ ਟੀਕਾਕਰਨ ਦਾ ਵਿਆਪਕ ਆਧਾਰ ਵਾਲਾ ਦੂਜਾ ਪੜਾਅ ਸ਼ੁਰੂ ਹੋ ਜਾਣ ਨਾਲ ਕਰੋਨਾ ਲਾਗ 'ਤੇ ਮਨੁੱਖ ਵੱਲੋਂ ਕਾਬੂ ਪਾ ਲੈਣ ਦੀਆਂ ਸੰਭਾਵਨਾਵਾਂ ਪ੍ਰਬਲ ਹੋ ਗਈਆਂ ਹਨ। ਡੈਂਡੀ ਇਸ ਦੂਜੇ ਪੜਾਅ ਦੀ ਸ਼ੁਰੂਆਤ ਵਿੱਚ ਪਹਿਲੇ ਹੀ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਉਪ ਰਾਸ਼ਟਰਪਤੀ ਵੈਂਕਈਆ ਨਾਇਡੂ, ਅਮਿਤ ਸ਼ਾਹ, ਵਿਦੇਸ਼ ਮੰਤਰੀ ਜੈ ਸ਼ੰਕਰ ਸਣੇ ਕਈ ਕੇਂਦਰੀ ਮੰਤਰੀਆਂ, ਰਾਜਾਂ ਦੇ ਮੁੱਖ ਮੰਤਰੀਆਂ ਵੱਲੋਂ ਟੀਕਾ ਲਗਾਏ ਜਾਣ ਨਾਲ ਬਿਨਾਂ ਸ਼ੱਕ ਇਸ ਮੁਹਿੰਮ ਦੀ ਭਰੋਸੇਯੋਗਤਾ ਵਧੀ ਹੈ। ਡੈਂਡੀ ਇਸ ਦੇ ਨਾਲ ਹੀ ਸਰਵਉੱਚ ਅਦਾਲਤ ਦੇ ਜੱਜਾਂ ਦਾ ਵੀ ਟੀਕਾਕਰਨ ਵਿਸ਼ਵਾਸ ਨੂੰ ਵਧਾਉਂਦਾ ਹੈ। ਡੈਂਡੀ 1 ਮਾਰਚ ਤੋਂ ਟੀਕਾਕਰਨ ਦੇ ਇਸ ਦੂਜੇ ਪੜਾਅ ਵਿੱਚ ਦੇਸ਼ ਵਿੱਚ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਟੀਕਾ ਲਗਾਇਆ ਜਾਣਾ ਹੈ। ਡੈਂਡੀ ਇਸ ਦੇ ਨਾਲ 45 ਸਾਲ ਤੋਂ ਵੱਧ ਉਮਰ ਦੇ ਉਹਨਾਂ ਲੋਕਾਂ ਦਾ ਵੀ ਟੀਕਾਕਰਨ ਹੋਵੇਗਾ ਜੋ ਕਈ ਤਰ੍ਹਾਂ ਦੀਆਂ ਗੰਭੀਰ ਬਿਮਾਰੀਆਂ ਵਿੱਚੋਂ ਕਿਸੇ ਇੱਕ ਜਾਂ ਵੱਧ ਰੋਗਾਂ ਨਾਲ ਗ੍ਰਸਤ ਹੋਣਗੇ। ਡੈਂਡੀ ਇਸ ਦੂਜੇ ਪੜਾਅ ਨਾਲ ਦੇਸ਼ ਦੇ ਸਾਰੇ ਲੋਕਾਂ ਨੂੰ ਟੀਕਾ ਲਗਾਉਣ ਦੀ ਸ਼ੁਰੂਆਤ ਹੋ ਜਾਂਦੀ ਹੈ। ਡੈਂਡੀ ਬਹੁਤ ਸੁਭਾਵਿਕ ਹੈ ਕਿ ਦੇਸੀ ਖੇਤਰ ਵਿੱਚ ਬਣਾਈ ਇਸ ਵੈਕਸੀਨ ਐਸਟਰਾਜੈਨੇਕਾ ਦਾ ਵੱਡੇ ਪੱਧਰ 'ਤੇ ਉਤਪਾਦਨ ਹੋ ਰਿਹਾ ਹੈ, ਜਿਸ ਵਿੱਚ ਪੂਰੇ ਦੇਸ਼ ਦੇ ਲੋਕਾਂ ਨੂੰ ਟੀਕਾ ਲਗਾਉਣ ਦੀ ਸਫਲਤਾ ਦੀਆਂ ਸੰਭਾਵਨਾਵਾਂ ਨਹੀਂ ਲੱਗਦੀਆਂ। ਡੈਂਡੀ ਪਿਛਲੇ ਸਾਲ ਨਵੰਬਰ ਦੇ ਅੰਤ ਵਿੱਚ ਸੀਰਮ ਇੰਸਟੀਚਿਊਟ ਦੇ CEO ਅਦਾਰ ਪੂਨਾਵਾਲ ਨੇ ਕਿਹਾ ਸੀ ਕਿ ਉਹਨਾਂ ਦੀ ਕੰਪਨੀ ਦੇ ਕੋਲ 10 ਕਰੋੜ ਖੁਰਾਕਾਂ ਤਿਆਰ
ਪਈ ਹੈ ਅਤੇ ਲੱਖਾਂ ਖੁਰਾਕਾਂ ਰੋਜ਼ਾਨਾ ਹੋਰ ਤਿਆਰ ਕਰਨ ਦੀ ਸਮਰੱਥਾ ਉਹਨਾਂ ਦੀ ਕੰਪਨੀ ਦੇ ਕੋਲ ਹੈ। ਡੰਡੀ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਦੇਸ਼ ਦੀ ਪੂਰੀ ਆਬਾਦੀ ਦਾ ਟੀਕਾਕਰਨ ਕਰਨ ਵਿੱਚ 4 ਸਾਲ ਤੱਕ ਦਾ ਸਮਾਂ ਲੱਗ ਸਕਦਾ ਹੈ। ਡੰਡੀ ਪਰ ਜਿਸ ਰਫ਼ਤਾਰ ਅਤੇ ਅਨੁਸ਼ਾਸਿਤ ਢੰਗ ਨਾਲ ਦੇਸ਼ ਵਿੱਚ ਟੀਕਾਕਰਨ ਦਾ ਕੰਮ ਚੱਲ ਰਿਹਾ ਹੈ, ਉਸ ਨਾਲ ਇਹ ਕਾਰਜ ਐਲਾਨੀ ਹੱਦ ਤੋਂ ਪਹਿਲਾਂ ਵੀ ਹੋਣ ਜਾਣ ਨਾ ਤਾਂ ਕੋਈ ਹੈਰਾਨੀ ਨਹੀਂ। ਡੰਡੀ ਦੇਸ਼ ਵਿੱਚ ਕੋਵਿਡ-19 ਟੀਕਾਕਰਨ ਦੇ ਪਹਿਲੇ ਪੜਾਅ ਦੀ ਸ਼ੁਰੂਆਤ 16 ਜਨਵਰੀ ਤੋਂ ਹੋਈ ਸੀ, ਜਦੋਂ ਕਿ ਪਹਿਲੇ ਹੀ ਦਿਨ ਕਰੋਨਾ ਯੋਧਿਆਂ ਦੇ ਨਾਂ ਨਾਲ 3000 ਤੋਂ ਜ਼ਿਆਦਾ ਟੀਕਾਕਰਨ ਕੇਂਦਰ ਬਣੇ ਸਨ। ਡੰਡੀ ਪਰ ਹੌਲੀ ਹੌਲੀ ਜਿਸ ਤਰ੍ਹਾਂ ਟੀਕਾਕਰਨ ਬਾਰੇ ਜਾਗਰੂਕਤਾ ਵੱਧਦੀ ਗਈ, ਟੀਕਾਕਰਨ ਕੇਂਦਰ ਵੀ ਹੋਰ ਵਧੇ ਅਤੇ ਟੀਕਾ ਲਗਵਾਉਣ ਵਾਲਿਆਂ ਦੀ ਗਿਣਤੀ ਵੀ ਵੱਧਦੀ ਗਈ। ਡੰਡੀ ਇਹ ਮੁਹਿੰਮ 44 ਦਿਨਾਂ ਤੱਕ ਚੱਲਿਆ ਅਤੇ ਹੁਣ 1 ਮਾਰਚ ਤੋਂ ਇਸ ਦੇ ਦੂਜੇ ਪੜਾਅ ਦੀ ਸ਼ੁਰੂਆਤ ਹੋ ਗਈ ਹੈ। ਡੰਡੀ ਕਰੋਨਾ ਯੋਧਿਆਂ ਦੇ ਨਾਂ ਦੇਸ਼ ਦੇ ਸਿਹਤ ਕਰਮੀਆਂ ਨੂੰ ਪਹਿਲੇ ਪੜਾਅ 'ਤੇ ਟੀਕਾਕਰਨ ਦੀ ਲੋੜ ਇਸ ਲਈ ਵੀ ਸੀ ਕਿਉਂਕਿ ਕਰੋਨਾ ਵਿਰੁੱਧ ਜੰਗ ਵਿੱਚ ਜੂਝਦੇ ਹੋਏ ਕਰੀਬ 700 ਡਾਕਟਰ, ਨਰਸਾਂ ਅਤੇ ਹੋਰ ਸਿਹਤ ਸਫਾਈ ਕਰਮਚਾਰੀਆਂ ਦੀ ਮੌਤ ਹੋ ਗਈ ਸੀ। ਡੰਡੀ ਸਰਕਾਰੀ ਅੰਕੜਿਆਂ ਦੀ ਗੱਲ ਕਰੀਏ ਤਾਂ 162 ਡਾਕਟਰਾਂ, 107 ਨਰਸਾਂ ਅਤੇ 45 ਆਸ਼ਾ ਵਰਕਰਾਂ ਦੇ ਜੀਵਨ ਕਰੋਨਾ ਦੀ ਭੇਟ ਚੜ੍ਹ ਗਏ ਸਨ। ਡੰਡੀ ਇਸ ਦੇ ਨਾਲ ਹੀ ਪੁਲਿਸ ਕਰਮਚਾਰੀਆਂ ਦਾ ਟੀਕਾਕਰਨ ਵੀ ਇਸੇ ਪੜਾਅ ਦੇ ਅਧੀਨ ਕੀਤਾ ਗਿਆ ਸੀ। ਡੰਡੀ ਇਸ ਦਾ ਇੱਕ ਸਿੱਟਾ ਇਹ ਵੀ ਨਿਕਲਿਆ ਕਿ ਆਮ ਲੋਕਾਂ ਵਿੱਚ ਇੱਕ ਪਾਸੇ ਜਿੱਥੇ ਕਰੋਨਾ ਦਾ ਡਰ ਘੱਟ ਹੋਇਆ, ਉੱਥੇ ਟੀਕੇ ਪ੍ਰਤੀ ਫੈਲਾਈਆਂ ਜਾਂਦੀਆਂ ਅਫਵਾਹਾਂ ਅਤੇ ਖਦਸ਼ਿਆਂ 'ਤੇ ਵੀ ਵਿਰਾਮ ਲੱਗਾ। ਡੰਡੀ ਹੁਣ ਦੂਜੇ ਪੜਾਅ ਦੀ ਸ਼ੁਰੂਆਤ ਨਾਲ ਜਿੱਥੇ ਟੀਕਾਕਰਨ ਮੁਹਿੰਮ ਦੇ ਰਫ਼ਤਾਰ ਫੜਨ ਦੀ ਸੰਭਾਵਨਾ ਹੈ, ਉੱਥੇ ਦੇਸ਼ ਦੇ ਕੁਝ ਰਾਜਾਂ ਵਿੱਚ ਕਰੋਨਾ ਲਾਗ ਦੀ ਉਪਜੀ ਨਵੀਂ ਲਹਿਰ ਨੂੰ ਰੋਕ ਲੈਣ ਦੀ ਸਰੀਰਕ ਸਮਰੱਥਾ ਵੀ ਪੈਦਾ ਹੋਣ ਲੱਗੇਗੀ। ਡੰਡੀ ਬੇਸ਼ੱਕ ਦੇਸ਼ ਵਿੱਚ ਹੁਣ ਤੱਕ ਕਰੋਨਾ ਲਾਗ ਦੀ ਰਫ਼ਤਾਰ ਵਿੱਚ ਕਮੀ ਆਈ ਹੈ ਅਤੇ 20 ਸਾਲ ਰਾਜਾਂ ਵਿੱਚ ਮੌਤ ਦਰ 0 ਹੋ ਜਾਣਾ ਸੰਤੋਖ ਅਤੇ ਦੇਸ਼ ਦੇ ਸਿਹਤ ਜਗਤ ਲਈ ਮਾਣ ਦੀ ਗੱਲ ਹੈ, ਪਰ ਦੇਸ਼ ਦੇ 4-5 ਰਾਜਾਂ ਵਿੱਚ ਕਰੋਨਾ ਦੀ ਨਵੀਂ ਲਹਿਰ ਚਿੰਤਾ ਵੀ ਪੈਦਾ ਕਰਦੀ ਹੈ। ਡੰਡੀ ਪੰਜਾਬ ਵੀ ਇਹਨਾਂ 5 ਰਾਜਾਂ ਵਿੱਚ ਸ਼ਾਮਲ ਹੈ, ਪਰ ਪੰਜਾਬ ਵਿੱਚ ਟੀਕਾਕਰਨ ਦੀ ਰਫ਼ਤਾਰ ਸਮੁੱਚੇ ਪੱਧਰ 'ਤੇ ਬਣੇ ਰਹਿਣਾ ਵੀ ਸੰਤੋਖ ਪੈਦਾ ਕਰਦਾ ਹੈ। ਡੰਡੀ ਪੰਜਾਬ ਵਿੱਚ ਹੁਣ ਤੱਕ ਟੀਕਾਕਰਨ ਦੇ 146 ਦੌਰ ਹੋ ਚੁੱਕੇ ਹਨ ਅਤੇ ਪਿਛਲੇ ਇੱਕੋ ਦਿਨ ਵਿੱਚ 23-31 ਲੋਕਾਂ ਨੂੰ ਟੀਕਾ ਲਗਾਇਆ ਗਿਆ ਸੀ। ਡੰਡੀ ਦੇਸ਼ ਦੇ ਹੋਰਾਂ ਹਿੱਸਿਆਂ ਵਿੱਚ ਵੀ ਇਹਨਾਂ 2 ਦਿਨਾਂ ਵਿੱਚ ਆਮ ਲੋਕਾਂ ਵਿੱਚ ਟੀਕਾਕਰਨ ਪ੍ਰਤੀ ਭਾਰੀ ਉਤਸ਼ਾਹ ਵੇਖਿਆ ਜਾਣਾ ਇੱਕ ਚੰਗਾ ਸੰਕੇਤ ਹੈ। ਡੰਡੀ ਭਾਰਤ ਨੇ ਵਿਸ਼ਵ ਦੇਸ਼ਾਂ ਵਿੱਚ ਕਈ ਵਾਰ ਵੱਡੀਆਂ ਪ੍ਰਾਪਤੀਆਂ ਦਰਜ ਕਰਵਾਈਆਂ ਹਨ। ਡੰਡੀ ਅਜੇ ਪਿਛਲੇ ਹੀ ਦਿਨੀਂ ਭਾਰਤੀ ਪੁਲਾੜ ਖੋਜ ਕੇਂਦਰ ਨੇ ਇੱਕੋ ਸਮੇਂ 19 ਉਪਗ੍ਰਹਿ ਸਫਲਤਾ ਨਾਲ
ਪੁਲਾੜ ਵਿੱਚ ਭੇਜ ਕੇ ਇੱਕ ਜ਼ਿਕਰਯੋਗ ਇਤਿਹਾਸ ਰਚਿਆ ਹੈ ਅਤੇ ਹੁਣ ਸਿਰਫ 1.5 ਮਹੀਨੇ ਵਿੱਚ 1.25 ਕਰੋੜ ਤੋਂ ਜ਼ਿਆਦਾ ਲੋਕਾਂ ਦਾ ਟੀਕਾਕਰਨ ਕਰਕੇ ਦੇਸ਼ ਨੇ ਕਰੋਨਾ ਵਿਰੁੱਧ ਵਿਸ਼ਵ ਜੰਗ ਵਿੱਚ ਇੱਕ ਵੱਡੇ ਮੋਰਚੇ ਦੀ ਫਤਿਹ ਨੂੰ ਛੂਹ ਲਿਆ ਹੈ। ਡੰਡੀ ਟੀਕਾਕਰਨ ਦੀ ਫੀਸਦੀ ਵਿੱਚ ਬੇਸ਼ੱਕ ਇਜ਼ਰਾਈਲ, ਅਮਰੀਕਾ ਅਤੇ ਰੂਸ ਬਹੁਤ ਅੱਗੇ ਹਨ, ਪਰ ਭਾਰਤ 100 ਕਰੋੜ ਤੋਂ ਵੀ ਜ਼ਿਆਦਾ ਆਬਾਦੀ ਵਾਲਾ ਵੱਡਾ ਦੇਸ਼ ਹੈ ਅਤੇ ਸੁਭਾਵਿਕ ਹੈ ਕਿ ਇਸ ਦੀ ਟੀਕਾਕਰਨ ਮੁਹਿੰਮ ਬਹੁਤ ਹੀ ਵਿਸ਼ਾਲ ਅਤੇ ਵਿਆਪਕ ਹੋਵੇਗੀ। ਡੰਡੀ ਇਸ ਦ੍ਰਿਸ਼ਟੀਕੋਣ ਨਾਲ ਦੇਸ਼ ਵਿੱਚ ਇਸ ਮੁਹਿੰਮ ਵਿੱਚ ਹੁਣ ਤੱਕ ਦੀਆਂ ਪ੍ਰਾਪਤੀਆਂ ਦੇ ਬਾਵਜੂਦ ਤੇਜ਼ੀ ਲਿਆਉਣ ਦੀ ਵੱਡੀ ਜ਼ਰੂਰਤ ਹੈ ਅਤੇ ਇਸ ਤੇਜ਼ੀ ਲਈ ਜਾਗਰੂਕਤਾ ਪਹਿਲੀ ਸ਼ਰਤ ਹੈ। ਡੰਡੀ ਜਿਸ ਭਾਵਨਾ ਅਤੇ ਪ੍ਰਤੀਬੱਧਤਾ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਹਨਾਂ ਦੇ ਸਹਿਯੋਗੀਆਂ ਆਗੂਆਂ ਨੇ ਪ੍ਰਦਰਸ਼ਨ ਕੀਤਾ ਹੈ, ਬਿਨਾਂ ਸ਼ੱਕ ਉਸ ਨਾਲ ਜਾਗਰੂਕਤਾ ਹੋਰ ਵੀ ਵਧੇਗੀ ਅਤੇ ਇਸ ਮੁਹਿੰਮ ਵਿੱਚ ਤੇਜ਼ੀ ਵੀ ਆਵੇਗੀ। ਡੰਡੀ ਇਸ ਨਾਲ ਇਹ ਵੀ ਪਤਾ ਲੱਗਦਾ ਹੈ ਕਿ ਭਾਰਤੀ ਟੀਕਾਕਰਨ ਸਭ ਤੋਂ ਸੁਰੱਖਿਅਤ ਹੈ। ਡੰਡੀ ਇਸ ਮੁਹਿੰਮ ਨਾਲ ਅਜੇ ਤੱਕ ਹਾਨੀਕਾਰਕ ਪ੍ਰਭਾਵਾਂ ਦੀ ਅਜੇ ਤੱਕ ਕੋਈ ਵੀ ਖਬਰ ਨਹੀਂ ਹੈ। ਡੰਡੀ ਪਹਿਰਾ ਅਸੀਂ ਸਮਝਦੇ ਹਾਂ ਕਿ ਭਾਰਤ ਨੇ ਇਸ ਮੋਰਚੇ 'ਤੇ ਵੀ ਜੇਕਰ ਸਫਲ ਅਤੇ ਸਰਖਰੂ ਹੋ ਕੇ ਨਿਕਲਣਾ ਹੈ ਤਾਂ ਕਰੋਨਾ ਵਿਰੋਧੀ ਸ਼ਸਤਰਾਂ ਨੂੰ 2 ਧਾਰ ਦੇਣੀ ਹੋਵੇਗੀ। ਡੰਡੀ ਇੱਕ ਪਾਸੇ ਜਿੱਥੇ ਆਮ ਲੋਕਾਂ ਨੂੰ ਕਰੋਨਾ ਰੋਕੂ ਨਿਯਮਾਂ ਅਤੇ ਕਾਨੂੰਨਾਂ ਦੀ ਦ੍ਰਿੜਤਾ ਨਾਲ ਪਾਲਣਾ ਕਰਨਾ ਹੋਵੇਗਾ, ਉੱਥੇ ਸਰਕਾਰ ਨੂੰ ਵੀ ਟੀਕਾਕਰਨ ਮੁਹਿੰਮ ਵਿੱਚ ਪ੍ਰਤੀਬੱਧਤਾ ਨਾਲ ਤੇਜ਼ੀ ਲਿਆਉਣੀ ਹੋਵੇਗੀ। ਡੰਡੀ ਬਿਨਾਂ ਸ਼ੱਕ ਦੇਸ਼ ਦੀਆਂ ਕੰਪਨੀਆਂ ਕੋਲ ਟੀਕਿਆਂ ਦੇ ਸਟਾਕ ਦੀ ਕਮੀ ਨਹੀਂ ਹੈ। ਕਈ ਹੋਰ ਵੀ ਟੀਕੇ ਇਸ ਦਰਮਿਆਨ ਈਜਾਦ ਹੋਏ ਹਨ। ਡੰਡੀ ਲੋਕਾਂ ਨੂੰ ਇਹ ਵੀ ਇਲਮ ਹੈ ਕਿ ਭਾਰਤ ਗੁਆਂਢੀ ਦੇਸ਼ਾਂ ਨੂੰ ਵੀ ਟੀਕੇ ਪ੍ਰਦਾਨ ਕਰ ਰਿਹਾ ਹੈ। ਡੰਡੀ ਲਿਹਾਜ਼ਾ ਗੱਲ ਸਿਰਫ ਯੋਜਨਾਬੰਦੀ ਅਤੇ ਦ੍ਰਿੜਤਾ ਦੀ ਹੈ। ਡੰਡੀ ਸਰਕਾਰ ਨੂੰ ਇਸ ਕੰਮ ਵਿੱਚ ਨਿੱਜੀ ਖੇਤਰ ਦਾ ਸਹਿਯੋਗ ਵੀ ਲੈਣਾ ਚਾਹੀਦਾ ਹੈ ਅਤੇ ਬਿਨਾਂ ਕਿਸੇ ਰਾਜਸੀ ਮਸਲਤ ਦੇ ਇਸ ਮੁਹਿੰਮ ਨੂੰ ਮੰਜ਼ਿਲ ਤੱਕ ਲਿਜਾਣਾ ਹੋਵੇਗਾ। ਡੰਡੀ ਅਸੀਂ ਪਹਿਲਾ ਮੋਰਚਾ ਸਫਲਤਾ ਨਾਲ ਸਰ ਕੀਤਾ ਹੈ, ਦੂਜਾ ਵੀ ਅਸੀਂ ਜ਼ਰੂਰ ਜਿੱਤ ਲਵਾਂਗੇ। ਡੰਡੀ ਸਟਾਰਟ। ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ 5 ਮਾਰਚ ਨੂੰ ਆਪਣਾ ਆਖਰੀ ਬਜਟ ਪੇਸ਼ ਕੀਤਾ ਜਾ ਰਿਹਾ ਹੈ। ਡੰਡੀ ਇਸ ਬਜਟ ਸੰਬੰਧੀ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ, ਨੌਜਵਾਨਾਂ ਅਤੇ ਸਮਾਜ ਦੇ ਹੋਰ ਵਰਗਾਂ ਦੀਆਂ ਆਪੋ ਆਪਣੀਆਂ ਆਸਾਂ ਹਨ। ਡੰਡੀ ਪਰ ਆਗਾਮੀ ਬਜਟ ਦੇ ਸੰਦਰਭ ਵਿੱਚ ਅਸੀਂ ਕੈਪਟਨ ਸਰਕਾਰ ਦਾ ਧਿਆਨ ਇੱਕ ਹੋਰ ਅਜਿਹੇ ਖੇਤਰ ਵੱਲ ਦਿਵਾਉਣਾ ਚਾਹੁੰਦੇ ਹਾਂ ਜੋ ਸਮੇਂ ਦੀਆਂ ਰਾਜ ਸਰਕਾਰਾਂ ਵੱਲੋਂ ਨਿਰੰਤਰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ ਅਤੇ ਕੈਪਟਨ ਸਰਕਾਰ ਦੇ ਵਿਸ਼ੇਸ਼ ਧਿਆਨ ਦੀ ਮੰਗ ਕਰਦਾ ਹੈ। ਡੰਡੀ ਇਹ ਖੇਤਰ ਪੰਜਾਬ ਦੀ ਭਾਸ਼ਾਈ ਅਤੇ ਸੱਭਿਆਚਾਰਕ ਪਛਾਣ ਨੂੰ ਸੁਰੱਖਿਅਤ ਕਰਨ ਦਾ ਹੈ। ਡੰਡੀ ਬਹੁਤੇ ਲੋਕਾਂ ਦੇ ਮਨ ਵਿੱਚ ਇਹ ਸਵਾਲ ਜ਼ਰੂਰ ਪੈਦਾ ਹੋਵੇਗਾ ਕਿ ਅਸੀਂ ਇਹ ਮੁੱਦਾ ਇਸ ਸਮੇਂ ਕਿਉਂ ਉਠਾ ਰਹੇ ਹਾਂ। ਡੰਡੀ
ਡੰਡੀ। ਇਸ ਸਵਾਲ ਦਾ ਜਵਾਬ ਦੇਸ਼ ਦੀਆਂ ਇਸ ਸਮੇਂ ਦੀਆਂ ਰਾਜਨੀਤਿਕ ਸਥਿਤੀਆਂ ਨਾਲ ਜੁੜਿਆ ਹੋਇਆ ਹੈ। ਡੰਡੀ ਪਰਾ। ਬਹੁਤੇ ਲੋਕ ਇਹ ਭਲੀ ਭਾਂਤ ਜਾਣਦੇ ਹਨ ਕਿ ਦੇਸ਼ ਵਿੱਚ ਕੇਂਦਰੀ ਸੱਤਾ ਇਸ ਸਮੇਂ ਅਜਿਹੀਆਂ ਰਾਜਨੀਤਿਕ ਸ਼ਕਤੀਆਂ ਦੇ ਹੱਥਾਂ ਵਿੱਚ ਹੈ ਜੋ ਧਰਮ ਨਿਰਪੱਖ ਤੇ ਜਮਹੂਰੀ ਭਾਰਤ ਨੂੰ ਪਾਕਿਸਤਾਨ ਦੀ ਤਰ੍ਹਾਂ ਇੱਕ ਧਰਮ ਆਧਾਰਿਤ ਰਾਜ ਵਿੱਚ ਬਦਲਣ ਲਈ ਤਤਪਰ ਹਨ ਅਤੇ ਇਹਨਾਂ ਵੱਲੋਂ ਰਾਜਨੀਤਿਕ, ਆਰਥਿਕ, ਸੱਭਿਆਚਾਰਕ, ਸਿੱਖਿਆ ਅਤੇ ਸੱਭਿਆਚਾਰ ਦੇ ਖੇਤਰਾਂ ਵਿੱਚ ਨਿਰੰਤਰ ਅਜਿਹੇ ਕਦਮ ਚੁੱਕੇ ਜਾ ਰਹੇ ਹਨ ਜਿਨ੍ਹਾਂ ਨਾਲ ਇਹ ਆਪਣਾ ਏਜੰਡਾ ਲਾਗੂ ਕਰ ਸਕਣ। ਡੰਡੀ। ਹਰਿਆਣਾ, ਹਿਮਾਚਲ ਅਤੇ ਜੰਮੂ ਕਸ਼ਮੀਰ ਵਿੱਚ ਭਾਜਪਾ ਦੀ ਅਗਵਾਈ ਵਾਲੇ ਪ੍ਰਸ਼ਾਸਨਾਂ ਨੇ ਪੰਜਾਬੀ ਦੀ ਜੋ ਹਸ਼ਰ ਕੀਤਾ ਹੈ ਉਸ ਨੂੰ ਇਸ ਸੰਦਰਭ ਵਿੱਚ ਹੀ ਦੇਖਿਆ ਤੇ ਸਮਝਿਆ ਜਾ ਸਕਦਾ ਹੈ। ਡੰਡੀ। ਇਹਨਾਂ ਸ਼ਕਤੀਆਂ ਵੱਲੋਂ ਖਾਸ ਕਰਕੇ ਰਾਜਾਂ ਦੀਆਂ ਭਾਸ਼ਾਈ ਅਤੇ ਸੱਭਿਆਚਾਰਕ ਪਛਾਣਾਂ ਨੂੰ ਖਤਮ ਕਰਨ ਲਈ ਯਤਨ ਕੀਤੇ ਜਾ ਰਹੇ ਹਨ। ਡੰਡੀ। ਕੇਂਦਰੀ ਯੂਨੀਵਰਸਿਟੀਆਂ ਅਤੇ ਦੇਸ਼ ਦੇ ਹੋਰ ਅਕਾਦਮਿਕ ਤੇ ਸੱਭਿਆਚਾਰਕ ਅਦਾਰਿਆਂ ਤੇ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਪਿਛੋਕੜ ਵਾਲੇ ਲੋਕ ਬਿਠਾ ਦਿੱਤੇ ਗਏ ਹਨ ਜੋ ਵਿਸ਼ੇਸ਼ ਏਜੰਡੇ ਨੂੰ ਅੱਗੇ ਵਧਾ ਰਹੇ ਹਨ। ਡੰਡੀ। ਇਸ ਸੰਦਰਭ ਵਿੱਚ ਕੈਪਟਨ ਸਰਕਾਰ ਦਾ ਇਹ ਫਰਜ਼ ਬਣਦਾ ਹੈ ਕਿ ਉਹ ਪੰਜਾਬ ਦੀ ਭਾਸ਼ਾਈ ਅਤੇ ਸੱਭਿਆਚਾਰਕ ਪਛਾਣ ਨੂੰ ਸੁਰੱਖਿਅਤ ਕਰਨ ਅਤੇ ਸਰਬੱਤ ਦੇ ਭਲੇ 'ਤੇ ਆਧਾਰਿਤ ਪੰਜਾਬ ਦੇ ਫਲਸਫੇ ਨੂੰ ਮਜ਼ਬੂਤੀ ਦੇਣ ਲਈ ਆਪਣਾ ਬਣਦਾ ਫਰਜ਼ ਨਿਭਾਏ। ਡੰਡੀ। ਪੰਜਾਬੀਅਤ ਅਤੇ ਭਾਰਤੀਅਤਾ ਦਾ ਤਾਂ ਸੁਮੇਲ ਹੋ ਸਕਦਾ ਹੈ ਪਰ ਪੰਜਾਬੀਅਤ ਅਤੇ ਸੰਘ ਮਾਰਕਾ ਸੌੜਾ ਹਿੰਦੂਤਵ ਨਾਲ ਨਹੀਂ ਚੱਲ ਸਕਦੇ। ਡੰਡੀ। ਆਗਾਮੀ ਬਜਟ ਇਸ ਸੰਬੰਧੀ ਆਪਣੀ ਪ੍ਰਤੀਬੱਧਤਾ ਦੇ ਪ੍ਰਗਟਾਵੇ ਦਾ ਕੈਪਟਨ ਸਰਕਾਰ ਕੋਲ ਆਖਰੀ ਮੌਕਾ ਹੋਵੇਗਾ। ਡੰਡੀ। ਪਿਛਲੇ 4 ਸਾਲਾਂ ਵਿੱਚ ਇਹ ਇਸ ਦਿਸ਼ਾ ਵਿੱਚ ਬਹੁਤਾ ਕੁਝ ਸਾਰਥਕ ਨਹੀਂ ਕਰ ਸਕੀ। ਡੰਡੀ। ਅਸੀਂ ਸਾਰੇ ਜਾਣਦੇ ਹਾਂ ਕਿ 1 ਨਵੰਬਰ 1966 ਨੂੰ ਪੰਜਾਬੀ ਸੂਬੇ ਦੀ ਸਥਾਪਨਾ ਇੱਕ ਲੰਮੇ ਸੰਘਰਸ਼ ਤੋਂ ਬਾਅਦ ਹੋਈ ਸੀ। ਡੰਡੀ। ਪੰਜਾਬੀ ਸੂਬੇ ਲਈ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਵਿੱਚ ਜਿਹੜਾ ਸੰਘਰਸ਼ ਚੱਲਿਆ ਸੀ ਉਸ ਵਿੱਚ ਇਸ ਗੱਲ 'ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਸੀ ਕਿ ਪੰਜਾਬੀ ਜ਼ੁਬਾਨ ਦੇ ਆਧਾਰ 'ਤੇ ਬਣਨ ਵਾਲੇ ਨਵੇਂ ਪੰਜਾਬੀ ਸੂਬੇ ਵਿੱਚ ਸਿੱਖਿਆ, ਪ੍ਰਸ਼ਾਸਨ ਅਤੇ ਨਿਆਂ ਦੇ ਖੇਤਰ ਵਿੱਚ ਪੰਜਾਬੀ ਨੂੰ ਯੋਗ ਸਥਾਨ ਦਿੱਤਾ ਜਾਵੇਗਾ। ਪਰ ਪੰਜਾਬੀ ਸੂਬਾ ਬਣਨ ਤੋਂ ਬਾਅਦ ਅਕਾਲੀ ਦਲ ਦੀ ਆਪਣੀ ਸਰਕਾਰ ਨੇ ਹੀ ਇਸ ਮਸਲੇ ਵੱਲ ਇੰਨੀ ਤਵੱਜੋ ਨਹੀਂ ਦਿੱਤੀ ਸੀ ਜਿੰਨੀ ਕਿ ਦੇਣੀ ਬਣਦੀ ਸੀ। ਡੰਡੀ। 1967 ਵਿੱਚ ਪਹਿਲਾ ਭਾਸ਼ਾਈ ਐਕਟ ਵੀ ਲਛਮਣ ਸਿੰਘ ਗਿੱਲ ਦੀ ਗੱਠਜੋੜ ਸਰਕਾਰ ਸਮੇਂ ਹੀ ਹੋਂਦ ਵਿੱਚ ਆਇਆ ਸੀ। ਡੰਡੀ। ਇਸ ਤੋਂ ਬਾਅਦ ਅਕਾਲੀ ਦਲ ਅਤੇ ਕਾਂਗਰਸ ਦੀਆਂ ਅਨੇਕਾਂ ਸਰਕਾਰਾਂ ਆਈਆਂ ਪਰ ਉਹਨਾਂ ਨੇ 1967 ਵਾਲੇ ਐਕਟ ਨੂੰ ਵੀ ਪੂਰੀ ਸ਼ਿੱਦਤ ਨਾਲ ਲਾਗੂ ਨਹੀਂ ਕੀਤਾ। ਡੰਡੀ। ਪੰਜਾਬੀ ਜ਼ੁਬਾਨ ਦੇ ਪ੍ਰਚਾਰ ਪ੍ਰਸਾਰ ਲਈ ਕੰਮ ਕਰਨ ਵਾਲੀਆਂ ਕੇਂਦਰੀ ਸਭਾਵਾਂ ਅਤੇ ਹੋਰ ਜਥੇਬੰਦੀਆਂ ਲਗਾਤਾਰ ਰਾਜ ਵਿੱਚ ਪੰਜਾਬੀ ਜ਼ੁਬਾਨ ਨੂੰ ਯੋਗ ਸਥਾਨ ਦੇਣ ਦਾ ਮੁੱਦਾ ਉਠਾਉਂਦੀਆਂ ਰਹੀਆਂ
ਹਨ। ਪੰਜਾਬ ਦੀਆਂ ਸਰਕਾਰਾਂ ਇਸ ਪ੍ਰਤੀ ਉਦਾਸੀਨ ਹੀ ਰਹੀਆਂ। ਡੰਡੀ 2008 ਵਿੱਚ ਜਦੋਂ ਇਹ ਮਾਮਲਾ ਵਧੇਰੇ ਤੂਲ ਫੜ ਗਿਆ ਤਾਂ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ ਭਾਜਪਾ ਸਰਕਾਰ ਨੇ ਸਿੱਖਿਆ, ਨਿਆਂ ਅਤੇ ਪ੍ਰਸ਼ਾਸਨ ਦੇ ਖੇਤਰ ਵਿੱਚ ਪੰਜਾਬੀ ਨੂੰ ਯੋਗ ਸਥਾਨ ਦਿਵਾਉਣ ਲਈ 1967 ਵਾਲੇ ਐਕਟ ਵਿੱਚ ਕੁਝ ਸੋਧਾਂ ਕੀਤੀਆਂ ਅਤੇ ਰਾਜ ਵਿੱਚ ਸਾਰੇ ਸਰਕਾਰੀ ਅਤੇ ਗੈਰ ਸਰਕਾਰੀ ਸਕੂਲਾਂ ਵਿੱਚ ਪੰਜਾਬੀ ਨੂੰ ਇੱਕ ਲਾਜ਼ਮੀ ਵਿਸ਼ੇ ਵਜੋਂ ਪੜ੍ਹਾਉਣ ਲਈ ਪੰਜਾਬੀ ਅਤੇ ਹੋਰ ਭਾਸ਼ਾਵਾਂ ਦੀ ਪੜ੍ਹਾਈ ਸੰਬੰਧੀ ਇੱਕ ਵੱਖਰਾ ਕਾਨੂੰਨ ਪਾਸ ਕਰਵਾਇਆ। ਡੰਡੀ ਜਿੱਥੋਂ ਤੱਕ ਸਕੂਲਾਂ ਦਾ ਸੰਬੰਧ ਹੈ, ਇਸ ਨਾਲ ਪੰਜਾਬੀ ਦੀ ਪੜ੍ਹਾਈ ਸੰਬੰਧੀ ਸਥਿਤੀ ਵਿੱਚ ਕੁਝ ਸੁਧਾਰ ਜ਼ਰੂਰ ਹੋਇਆ ਹੈ, ਪਰ ਅਜੇ ਵੀ 2008 ਦੇ ਭਾਸ਼ਾਈ ਐਕਟ ਨੂੰ ਅਤੇ ਪੰਜਾਬੀ ਅਤੇ ਹੋਰ ਭਾਸ਼ਾਵਾਂ ਦੀ ਪੜ੍ਹਾਈ ਸੰਬੰਧੀ ਕਾਨੂੰਨ ਨੂੰ ਪੂਰੀ ਤਰ੍ਹਾਂ ਰਾਜ ਵਿੱਚ ਲਾਗੂ ਨਹੀਂ ਕੀਤਾ ਗਿਆ। ਡੰਡੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਵਸ ਦੇ ਸਮੇਂ ਪੰਜਾਬ ਵਿਧਾਨ ਸਭਾ ਵਿੱਚ ਇਸ ਸੰਬੰਧੀ ਚਰਚਾ ਵੀ ਕਰਵਾਈ ਸੀ, ਪਰ ਇਸ ਚਰਚਾ ਦੌਰਾਨ ਸੱਭਿਆਚਾਰਕ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਜਿਹੜੇ ਵਿਧਾਨ ਸਭਾ ਵਿੱਚ ਵਾਅਦੇ ਕੀਤੇ ਗਏ ਸਨ, ਉਹਨਾਂ ਦੀ ਅੱਜ ਤੱਕ ਵੀ ਪੂਰਤੀ ਨਹੀਂ ਹੋ ਸਕੀ। ਡੰਡੀ ਇਸ ਸਾਰੀ ਸਥਿਤੀ ਦੇ ਸੰਦਰਭ ਵਿੱਚ ਅਸੀਂ ਕੈਪਟਨ ਸਰਕਾਰ ਨੂੰ ਇਹ ਵੀ ਯਾਦ ਦਿਵਾਉਣਾ ਚਾਹੁੰਦੇ ਹਾਂ ਕਿ ਉੱਤਰੀ ਭਾਰਤ ਦੇ ਹਿੰਦੀ ਭਾਸ਼ਾਈ ਰਾਜਾਂ ਵਿੱਚ ਪੰਜਾਬ ਹੀ ਇੱਕੋ ਇੱਕ ਅਜਿਹਾ ਵੱਖਰਾ ਸੂਬਾ ਹੈ ਜਿਸ ਦੀ ਆਪਣੀ ਵੱਖਰੀ ਜ਼ੁਬਾਨ ਅਤੇ ਸੱਭਿਆਚਾਰ ਹੈ। ਡੰਡੀ ਇਸ ਹਿੰਦੀ ਪ੍ਰਬਲਤਾ ਵਾਲੇ ਖੇਤਰ ਵਿੱਚ ਪੰਜਾਬ ਦੀ ਭਾਸ਼ਾਈ ਅਤੇ ਸੱਭਿਆਚਾਰਕ ਪਛਾਣ ਨੂੰ ਬਰਕਰਾਰ ਰੱਖਣਾ ਇਸ ਪੱਖ ਤੋਂ ਵੀ ਬੇਹੱਦ ਜ਼ਰੂਰੀ ਹੈ। ਡੰਡੀ ਦੇਸ਼ ਦੀਆਂ ਅਜੋਕੀਆਂ ਰਾਜਨੀਤਿਕ ਸਥਿਤੀਆਂ ਵਿੱਚ ਇਸ ਦੀ ਵਧੇਰੇ ਅਹਿਮੀਅਤ ਕਿਉਂ ਹੈ, ਇਸ ਦਾ ਜ਼ਿਕਰ ਅਸੀਂ ਲੇਖ ਦੇ ਸ਼ੁਰੂ ਵਿੱਚ ਪਹਿਲਾਂ ਹੀ ਕਰ ਚੁੱਕੇ ਹਾਂ। ਡੰਡੀ ਇਸ ਸੰਬੰਧੀ ਸਾਡੇ ਕੁਝ ਸੁਝਾਅ ਇਸ ਪ੍ਰਕਾਰ ਹਨ। ਡੰਡੀ ਰਾਜ ਦੇ ਸਾਰੇ ਸਰਕਾਰੀ ਅਤੇ ਗੈਰ ਸਰਕਾਰੀ ਸਕੂਲਾਂ ਵਿੱਚ ਪਹਿਲੀ ਤੋਂ 10ਵੀਂ ਤੱਕ ਪੰਜਾਬੀ ਭਾਸ਼ਾ ਨੂੰ ਇੱਕ ਲਾਜ਼ਮੀ ਵਿਸ਼ੇ ਵਜੋਂ ਪੜ੍ਹਾਉਣ ਸੰਬੰਧੀ ਕੈਪਟਨ ਸਰਕਾਰ ਆਪਣੀ ਪ੍ਰਤੀਬੱਧਤਾ ਦਾ ਮੁੜ ਤੋਂ ਪ੍ਰਗਟਾਵਾ ਕਰੇ ਅਤੇ ਜਿਹੜੇ ਸਕੂਲ ਇਸ ਸੰਬੰਧੀ ਪੰਜਾਬੀ ਅਤੇ ਹੋਰ ਭਾਸ਼ਾਵਾਂ ਦੀ ਪੜ੍ਹਾਈ ਸੰਬੰਧੀ ਕਾਨੂੰਨ ਦੀ ਅਜੇ ਵੀ ਉਲੰਘਣਾ ਕਰ ਰਹੇ ਹਨ, ਉਹਨਾਂ ਦੇ ਖਿਲਾਫ ਸਖਤ ਕਾਰਵਾਈ ਲਈ ਪ੍ਰਭਾਵੀ ਤੰਤਰ ਬਣਾਇਆ ਜਾਵੇ। ਡੰਡੀ ਕੈਪਟਨ ਸਰਕਾਰ ਨੇ ਵਿਧਾਨ ਸਭਾ ਵਿੱਚ ਚਰਚਾ ਦੌਰਾਨ ਇਹ ਭਰੋਸਾ ਦਿਵਾਇਆ ਸੀ ਕਿ ਰਾਜ ਦੇ ਸਾਰੇ ਸਰਕਾਰੀ ਅਤੇ ਗੈਰ ਸਰਕਾਰੀ ਬੋਰਡਾਂ ਉੱਪਰ ਸਭ ਤੋਂ ਪਹਿਲਾਂ ਪੰਜਾਬੀ ਵਿੱਚ ਜਾਣਕਾਰੀ ਲਿਖੀ ਜਾਵੇ। ਡੰਡੀ ਸਰਕਾਰੀ ਬੋਰਡਾਂ ਉੱਪਰ ਸਭ ਤੋਂ ਪਹਿਲਾਂ ਪੰਜਾਬੀ ਵਿੱਚ ਜਾਣਕਾਰੀ ਲਿਖਣ ਬਾਰੇ ਤਾਂ ਨੋਟੀਫਿਕੇਸ਼ਨ ਵੀ ਜਾਰੀ ਹੋ ਗਿਆ ਸੀ, ਭਾਵੇਂ ਕਿ ਇਸ 'ਤੇ ਅਜੇ ਵੀ ਪੂਰੀ ਤਰ੍ਹਾਂ ਅਮਲ ਨਹੀਂ ਹੋ ਰਿਹਾ। ਡੰਡੀ ਪਰ ਗੈਰ ਸਰਕਾਰੀ ਬੋਰਡਾਂ ਉੱਪਰ ਵੀ ਦੱਖਣੀ ਭਾਰਤ ਦੇ ਹੋਰ ਰਾਜਾਂ ਦੀ ਤਰ੍ਹਾਂ ਸਭ ਤੋਂ ਉੱਪਰ ਰਾਜ ਦੀ ਭਾਸ਼ਾ ਵਿੱਚ ਜਾਣਕਾਰੀ ਲਿਖਣ ਨੂੰ ਯਕੀਨੀ ਬਣਾਉਣ ਲਈ ਕੈਪਟਨ ਸਰਕਾਰ ਵੱਲੋਂ ਅਜੇ ਤੱਕ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ। ਡੰਡੀ ਇਹ ਨੋਟੀਫਿਕੇਸ਼ਨ ਸਿਹਤ, ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਬਲਬੀਰ ਸਿੰਘ
ਸਿੱਧੂ ਵੱਲੋਂ ਜਾਰੀ ਕੀਤੇ ਜਾਣੇ ਸਨ ਡੰਡੀ। ਉਹਨਾਂ ਨਾਲ ਕਈ ਸੰਗਠਨਾਂ ਵੱਲੋਂ ਇਹ ਮੁੱਦਾ ਉਠਾਇਆ ਵੀ ਗਿਆ, ਪਰ ਉਹਨਾਂ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਡੰਡੀ। ਬਜਟ ਸੈਸ਼ਨ ਦੌਰਾਨ ਕੈਪਟਨ ਸਰਕਾਰ ਵੱਲੋਂ ਇਹ ਨੋਟੀਫਿਕੇਸ਼ਨ ਜਾਰੀ ਕਰਵਾਉਣ ਬਾਰੇ ਲਾਜ਼ਮੀ ਤੌਰ 'ਤੇ ਐਲਾਨ ਕੀਤਾ ਜਾਣਾ ਚਾਹੀਦਾ ਹੈ ਡੰਡੀ। ਜੇਕਰ ਕੋਈ ਸਰਕਾਰ ਪੰਜਾਬ ਵਿੱਚ ਸਰਕਾਰੀ ਤੇ ਗੈਰ ਸਰਕਾਰੀ ਬੋਰਡਾਂ 'ਤੇ ਪੰਜਾਬੀ ਵਿੱਚ ਵੀ ਨਹੀਂ ਲਿਖਵਾ ਸਕਦੀ ਤਾਂ ਉਸ ਨੂੰ ਪੰਜਾਬੀ ਸੂਬੇ 'ਤੇ ਰਾਜ ਕਰਨ ਦਾ ਕੋਈ ਨੈਤਿਕ ਹੱਕ ਨਹੀਂ ਹੈ ਡੰਡੀ। ਭਾਸ਼ਾ ਵਿਭਾਗ ਪੰਜਾਬ ਨੇ ਪੰਜਾਬੀ ਜ਼ੁਬਾਨ, ਸਾਹਿਤ ਅਤੇ ਸੱਭਿਆਚਾਰ ਦੇ ਪ੍ਰਚਾਰ ਪ੍ਰਸਾਰ ਲਈ ਦਹਾਕਿਆਂ ਤੱਕ ਚੰਗਾ ਰੋਲ ਨਿਭਾਇਆ ਡੰਡੀ। ਇਸ ਵੱਲੋਂ ਮਿਆਰੀ ਪੁਸਤਕਾਂ ਦੀ ਪ੍ਰਕਾਸ਼ਨਾ ਵੀ ਕੀਤੀ ਜਾਂਦੀ ਸੀ ਅਤੇ ਦੂਜੀਆਂ ਜ਼ਬਾਨਾਂ ਦੀਆਂ ਚੰਗੀਆਂ ਕਿਤਾਬਾਂ ਦੇ ਅਨੁਵਾਦ ਵੀ ਕਰਵਾਏ ਜਾਂਦੇ ਸਨ ਡੰਡੀ। ਇਸ ਵੱਲੋਂ ਜਨ ਸਾਹਿਤ ਅਤੇ ਪੰਜਾਬੀ ਦੁਨੀਆ ਮਾਸਿਕ ਪੱਤਰ ਵੀ ਪ੍ਰਕਾਸ਼ਿਤ ਕੀਤੇ ਜਾਂਦੇ ਸਨ ਜੋ ਲੋਕਾਂ ਵਿੱਚ ਕਾਫੀ ਮਕਬੂਲ ਸਨ ਡੰਡੀ। ਪੰਜਾਬੀ ਸਾਹਿਤ ਸੱਭਿਆਚਾਰ ਦੇ ਪ੍ਰਚਾਰ ਪ੍ਰਸਾਰ ਲਈ ਨਵੇਂ ਪਾਠਕ ਅਤੇ ਨਵੇਂ ਲੇਖਕ ਪੈਦਾ ਕਰਨ ਲਈ ਇਹ ਮਾਸਿਕ ਪੱਤਰ ਬਹੁਤ ਅਹਿਮ ਰੋਲ ਅਦਾ ਕਰਦੇ ਸਨ ਡੰਡੀ। ਇਸ ਤੋਂ ਇਲਾਵਾ ਰਾਜ ਦੇ ਸਾਰੇ ਜ਼ਿਲ੍ਹਿਆਂ ਵਿੱਚ ਭਾਸ਼ਾ ਵਿਭਾਗ ਦੇ ਦਫ਼ਤਰ ਸਨ, ਜਿਨ੍ਹਾਂ ਵਿੱਚ ਜ਼ਿਲ੍ਹਾ ਭਾਸ਼ਾ ਅਫਸਰ ਨਿਰੰਤਰ ਪੰਜਾਬੀ ਜ਼ੁਬਾਨ ਅਤੇ ਸੱਭਿਆਚਾਰ ਦੇ ਪ੍ਰਚਾਰ ਪ੍ਰਸਾਰ ਲਈ ਅਤੇ ਪੰਜਾਬੀ ਸਾਹਿਤਕ ਲੋਕਾਂ ਤੱਕ ਪਹੁੰਚਾਉਣ ਲਈ ਯਤਨਸ਼ੀਲ ਰਹਿੰਦੇ ਸਨ ਡੰਡੀ। ਇਹਨਾਂ ਭਾਸ਼ਾ ਅਫਸਰਾਂ ਵੱਲੋਂ ਜ਼ਿਲ੍ਹਾ ਪੱਧਰ 'ਤੇ ਸਾਹਿਤਕ ਸੱਭਿਆਚਾਰਕ ਸਰਗਰਮੀਆਂ ਵੀ ਕਰਵਾਈਆਂ ਜਾਂਦੀਆਂ ਸਨ ਡੰਡੀ। ਵਿਸ਼ੇਸ਼ ਤੌਰ 'ਤੇ ਨਵੀਂ ਪੀੜ੍ਹੀ ਨੂੰ ਇਹਨਾਂ ਸਰਗਰਮੀਆਂ ਨਾਲ ਜੋੜਿਆ ਜਾਂਦਾ ਸੀ ਡੰਡੀ। ਪਰ ਹੌਲੀ ਹੌਲੀ ਰਾਜ ਸਰਕਾਰਾਂ ਨੇ ਭਾਸ਼ਾ ਵਿਭਾਗ ਨੂੰ ਲੋੜੀਂਦੇ ਵਿੱਤੀ ਸਰੋਤ ਮੁਹੱਈਆ ਕਰਵਾਉਣੇ ਬੰਦ ਕਰ ਦਿੱਤੇ ਅਤੇ ਮੁਲਾਜ਼ਮਾਂ ਦੀਆਂ ਨਵੀਆਂ ਭਰਤੀਆਂ ਵੀ ਰੋਕ ਦਿੱਤੀਆਂ ਡੰਡੀ। ਇਸ ਸਮੇਂ ਸਥਿਤੀ ਇਹ ਹੈ ਕਿ ਰਾਜ ਦੇ ਬਹੁਤੇ ਜ਼ਿਲ੍ਹਿਆਂ ਵਿੱਚ ਨਾ ਤਾਂ ਭਾਸ਼ਾ ਵਿਭਾਗ ਅਫਸਰ ਹਨ ਅਤੇ ਨਾ ਹੀ ਹੋਰ ਲੋੜੀਂਦੇ ਮੁਲਾਜ਼ਮ ਹਨ ਡੰਡੀ। ਭਾਸ਼ਾ ਵਿਭਾਗ ਦੇ ਪਟਿਆਲਾ ਸਥਿਤ ਦਫ਼ਤਰ ਦਾ ਵੱਡਾ ਹਿੱਸਾ ਵੀ ਪੰਜਾਬ ਸਰਕਾਰ ਵੱਲੋਂ ਕਿਸੇ ਸੁਰੱਖਿਆ ਏਜੰਸੀ ਨੂੰ ਕਿਰਾਏ 'ਤੇ ਸੌਂਪ ਦਿੱਤਾ ਗਿਆ ਹੈ ਡੰਡੀ। ਭਾਸ਼ਾ ਵਿਭਾਗ ਨੂੰ ਲੋੜੀਂਦੇ ਫੰਡ ਨਾ ਮਿਲਣ ਕਾਰਨ ਨਵੀਆਂ ਪੁਸਤਕਾਂ ਦੀ ਛਪਾਈ ਵੀ ਕਈ ਸਾਲਾਂ ਤੋਂ ਠੱਪ ਹੋ ਕੇ ਰਹਿ ਗਈ ਹੈ ਡੰਡੀ। ਇਹ ਚੰਗੀ ਗੱਲ ਹੈ ਕਿ ਕੁਝ ਮਹੀਨੇ ਪਹਿਲਾਂ ਕੈਪਟਨ ਸਰਕਾਰ ਨੇ ਲੇਖਕਾਂ ਨੂੰ ਸਾਲਾਨਾ ਦਿੱਤੇ ਜਾਣ ਵਾਲੇ ਮਾਣ ਸਨਮਾਨਾਂ ਦਾ ਐਲਾਨ ਕੀਤਾ ਹੈ ਅਤੇ ਪਿਛਲੇ ਕਈ ਸਾਲਾਂ ਦੇ ਇਹ ਅਵਾਰਡ ਹੁਣ ਇਕੱਠਿਆਂ ਹੀ ਦਿੱਤੇ ਜਾਣਗੇ। ਪਰ ਜੇਕਰ ਭਾਸ਼ਾ ਵਿਭਾਗ ਨੂੰ ਪਹਿਲਾਂ ਦੀ ਤਰ੍ਹਾਂ ਮੁੜ ਸਰਗਰਮ ਨਹੀਂ ਕੀਤਾ ਜਾਂਦਾ ਤਾਂ ਰਾਜ ਵਿੱਚ ਪੰਜਾਬੀ ਜ਼ੁਬਾਨ ਦਾ ਪ੍ਰਚਾਰ ਪ੍ਰਸਾਰ ਅਤੇ ਪੰਜਾਬੀ ਸਾਹਿਤ ਨਾਲ ਨਵੀਂ ਪੀੜ੍ਹੀ ਨੂੰ ਜੋੜਨ ਦਾ ਅਮਲ ਅੱਗੇ ਨਹੀਂ ਵੱਧ ਸਕੇਗਾ ਡੰਡੀ। ਪਰ ਇਹ ਸੰਤੁਸ਼ਟੀ ਵਾਲੀ ਗੱਲ ਹੈ ਕਿ ਪੰਜਾਬ ਕਲਾ
ਪ੍ਰੀਸ਼ਦ ਨੇ ਕੈਪਟਨ ਸਰਕਾਰ ਦੇ ਇਸ ਕਾਰਜਕਾਲ ਦੌਰਾਨ ਪੰਜਾਬੀ ਜ਼ੁਬਾਨ ਦੇ ਪ੍ਰਚਾਰ ਪ੍ਰਸਾਰ ਲਈ ਅਤੇ ਲੇਖਕਾਂ ਨੂੰ ਉਤਸ਼ਾਹਿਤ ਕਰਨ ਲਈ ਕਾਫੀ ਸਰਗਰਮੀ ਨਾਲ ਕੰਮ ਕੀਤਾ ਹੈ ਡੰਡੀ। ਇਸ ਦਾ ਕਾਰਨ ਵੀ ਇਹ ਸੀ ਕਿ ਪੰਜਾਬ ਕਲਾ ਪ੍ਰੀਸ਼ਦ ਲਈ ਚੋਖਾ ਬਜਟ ਰਾਖਵਾਂ ਪਹਿਲਾਂ ਹੀ ਰੱਖ ਦਿੱਤਾ ਗਿਆ ਸੀ ਤੇ ਉਸ ਦੇ ਕਾਰਨ ਪੰਜਾਬ ਕਲਾ ਪ੍ਰੀਸ਼ਦ ਨਿਰੰਤਰ ਆਪਣੀਆਂ ਸਰਗਰਮੀਆਂ ਚਲਾਉਣ ਵਿੱਚ ਸਫਲ ਰਹੀ ਹੈ ਡੰਡੀ। ਇਸ ਦੀ ਸਰਗਰਮੀ ਬਣਾਈ ਰੱਖਣ ਲਈ ਵੀ ਨਵੇਂ ਸਿਰੇ ਤੋਂ ਬਜਟ ਦੀ ਵਿਵਸਥਾ ਕਰਨ ਦੀ ਲੋੜ ਹੈ ਡੰਡੀ। ਕੈਪਟਨ ਸਰਕਾਰ ਬਣਨ ਸਮੇਂ ਰਾਜ ਦੀ ਸੱਭਿਆਚਾਰਕ ਨੀਤੀ ਬਣਾਉਣ ਲਈ ਯਤਨ ਹੋਏ ਸਨ ਡੰਡੀ, ਪਰ ਇਹ ਯਤਨ ਖਰੜੇ ਤੋਂ ਅੱਗੇ ਨਹੀਂ ਵੱਧ ਸਕੇ ਡੰਡੀ। ਮੰਤਰੀ ਮੰਡਲ ਨੇ ਇਸ ਨੂੰ ਅਜੇ ਤੱਕ ਮਨਜ਼ੂਰੀ ਨਹੀਂ ਦਿੱਤੀ ਡੰਡੀ। ਰਾਜ ਦੀ ਸੱਭਿਆਚਾਰਕ ਨੀਤੀ ਅਵੱਸ਼ ਹੋਣੀ ਚਾਹੀਦੀ ਹੈ ਅਤੇ ਸਿੱਖਿਆ ਸਮੇਤ ਹਰ ਖੇਤਰ ਵਿੱਚ ਇਸ ਦੀ ਸੇਧ ਵਿੱਚ ਨੀਤੀਆਂ ਬਣਨੀਆਂ ਚਾਹੀਦੀਆਂ ਹਨ ਡੰਡੀ। ਕਈ ਮਹੀਨਿਆਂ ਤੋਂ ਜੋ ਕਿਸਾਨ ਸੰਘਰਸ਼ ਚੱਲ ਰਿਹਾ ਹੈ ਉਸ ਬਾਬਤ ਅਖਬਾਰਾਂ TV ਚੈਨਲਾਂ 'ਤੇ ਬਹੁਤ ਕੁਝ ਲਿਖਿਆ ਅਤੇ ਕਿਹਾ ਜਾ ਰਿਹਾ ਹੈ ਡੰਡੀ। ਸਾਰੇ ਦੇਸ਼ ਵਾਸੀ ਇਸ ਬਾਬਤ ਰੋਜ਼ ਪੜ੍ਹਦੇ ਅਤੇ ਸੁਣਦੇ ਹਨ ਅਤੇ ਚਰਚਾ ਵੀ ਕਰਦੇ ਹਨ ਡੰਡੀ। ਹਰ ਸੰਘਰਸ਼ ਕਿਸੇ ਮਿੱਥੇ ਟੀਚੇ 'ਤੇ ਪਹੁੰਚਣ ਲਈ ਕੀਤਾ ਜਾਂਦਾ ਹੈ ਅਤੇ ਉਸ ਲਈ ਚੰਗੀ ਨੀਤੀ ਅਪਣਾਉਣਾ ਬਹੁਤ ਹੀ ਮਹੱਤਵਪੂਰਨ ਹੁੰਦਾ ਹੈ ਡੰਡੀ। ਸੰਘਰਸ਼ ਦੇ ਮਿੱਥੇ ਟੀਚੇ 'ਤੇ ਪਹੁੰਚਣ ਲਈ ਕਈ ਵਾਰ ਅੱਗੇ ਵਧਣ ਦੇ ਨਾਲ ਮੌਕਾ ਵੇਖ ਕੇ ਪਿੱਛੇ ਵੀ ਹਟਣਾ ਪੈਂਦਾ ਹੈ ਡੰਡੀ। ਸੰਘਰਸ਼ ਜੇ ਲੰਮੇ ਸਮੇਂ ਲਈ ਚੱਲਣ ਤੇ ਉਸ ਵਿੱਚ ਕਮਜ਼ੋਰੀ ਆਉਣ ਦਾ ਡਰ ਵੀ ਹੁੰਦਾ ਹੈ ਡੰਡੀ। ਭਰਾ ਇਸ ਸੰਬੰਧੀ ਅਜੀਤ ਵਿੱਚ ਕਈ ਲੇਖ ਛਪੇ ਹਨ ਜੋ ਵਿਚਾਰਨ ਲਈ ਮਹੱਤਵਪੂਰਨ ਹਨ ਡੰਡੀ। ਇਸ ਕਿਸਾਨੀ ਸੰਘਰਸ਼ ਦਾ ਨਤੀਜਾ ਇਹ ਨਿਕਲੇਗਾ ਅਤੇ ਉਸ ਦਾ ਅਸਰ ਦੇਸ਼ ਵਾਸੀਆਂ ਪੰਜਾਬ ਅਤੇ ਪੰਜਾਬੀਆਂ ਸੰਘਰਸ਼ ਕਰਨ ਵਾਲਿਆਂ 'ਤੇ ਕੀ ਪਵੇਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸ ਸਕੇਗਾ ਡੰਡੀ। ਸਮੇਂ ਨਾਲ ਸਾਇੰਸ ਅਤੇ ਟੈਕਨੋਲੋਜੀ ਨੇ ਹਰ ਖੇਤਰ ਵਿੱਚ ਬਹੁਤ ਬਦਲਾਅ ਲਿਆਂਦੇ ਹਨ ਡੰਡੀ। ਜਿਵੇਂ ਕਿ ਕੁਝ ਸਾਲ ਪਹਿਲਾਂ ਕੋਈ ਸੋਚ ਵੀ ਨਹੀਂ ਸੀ ਸਕਦਾ ਕਿ ਅੱਖ ਦਾ ਮੋਤੀਆ ਬਿੰਦ ਬਦਲਿਆ ਜਾ ਸਕਦਾ ਹੈ ਡੰਡੀ। ਇੱਕ ਤਾਰ ਰਾਹੀਂ ਦਿਲ ਵਿੱਚ ਪਹੁੰਚ ਕੇ ਉਸ ਦੇ ਰੋਗਾਂ ਦਾ ਗਿਆਨ ਪ੍ਰਾਪਤ ਕਰਕੇ ਬਿਮਾਰੀ ਦਾ ਲੋੜੀਂਦਾ ਇਲਾਜ ਕੀਤਾ ਜਾ ਸਕਦਾ ਹੈ ਡੰਡੀ। 10 ਤੋਂ 15 ਸਾਲ ਪੁਰਾਣੇ ਟਰੱਕ, ਕਾਰਾਂ, ਟੈਂਪੂ ਸਭ ਕਬਾੜ ਬਣ ਜਾਣਗੇ ਡੰਡੀ। ਪੁਰਾਣੀਆਂ ਇਮਾਰਤਾਂ ਢਾਹ ਕੇ ਸਮੇਂ ਦੀ ਲੋੜ ਅਨੁਸਾਰ ਨਵੀਆਂ ਅਤੇ ਬਹੁਤ ਸੁੰਦਰ ਇਮਾਰਤਾਂ ਬਣਨਗੀਆਂ ਡੰਡੀ। ਬੈਂਕਾਂ ਦਾ ਪੈਸਾ ਘਰ ਜਾਂ ਦਫ਼ਤਰ ਵਿੱਚ ਬੈਠਿਆਂ ਹੀ ਇੱਕ ਖਾਤੇ ਵਿੱਚੋਂ ਦੂਜੇ ਖਾਤੇ ਵਿੱਚ ਭੇਜਿਆ ਜਾ ਸਕੇਗਾ ਡੰਡੀ। ਸਮੇਂ ਨਾਲ ਹਰ ਖੇਤਰ ਵਿੱਚ ਤਬਦੀਲੀ ਆਉਂਦੀ ਹੈ ਡੰਡੀ। ਇਸੇ ਕਰਕੇ ਸਕੂਲਾਂ, ਕਾਲਜਾਂ ਅਤੇ ਵੱਡੇ ਵਿਦਿਆਲਿਆਂ ਵਿੱਚ ਪੜ੍ਹਾਈ ਦੇ ਕੋਰਸ ਸਮੇਂ ਦੀ ਲੋੜ ਅਨੁਸਾਰ ਬਦਲੇ ਜਾ ਰਹੇ ਹਨ ਡੰਡੀ। ਜੋ ਇਸ ਤਰ੍ਹਾਂ
ਬਦਲਾ ਨਹੀਂ ਕਰੇਗਾ, ਪਿੱਛੇ ਰਹਿ ਜਾਏਗਾ ਡੰਡੀ। ਇਸੇ ਮਨੋਰਥ ਨੂੰ ਮੁੱਖ ਰੱਖਦਿਆਂ ਹੋਇਆਂ ਇਸ ਯੁੱਗ ਦੇ ਇੰਨੇ ਵੱਡੇ ਕਿਸਾਨ ਅੰਦੋਲਨ ਨੂੰ ਕਿਵੇਂ ਕਿਸੇ ਚੰਗੀ ਦਿਸ਼ਾ ਵਿੱਚ ਬਦਲਿਆ ਜਾਵੇ ਤਾਂ ਜੋ ਉਹ ਸੋਚ ਆਉਣ ਵਾਲੇ ਸਮੇਂ ਵਿੱਚ ਕਿਸਾਨੀ ਜ਼ਿੰਦਗੀ ਵਿੱਚ ਕੋਈ ਵਧੀਆ ਤਬਦੀਲੀ ਲਿਆ ਸਕੇ, ਤਾਂ ਜੋ ਕਿਸਾਨ ਨੂੰ ਖੁਸ਼ਹਾਲੀ ਦੇ ਰਾਹ 'ਤੇ ਪਾਇਆ ਜਾ ਸਕੇ ਡੰਡੀ। ਕਿਸਾਨ ਜਥੇਬੰਦੀਆਂ ਨੂੰ ਰੋਜ਼ ਕੁਝ ਸਮਾਂ ਕੱਢ ਕੇ ਇਸ 'ਤੇ ਵਿਚਾਰ ਕਰਨ ਲਈ ਮੇਰੀ ਪ੍ਰਾਰਥਨਾ ਹੈ ਡੰਡੀ। ਰੋਜ਼ ਕੁਝ ਸਮੇਂ ਲਈ ਜੋ ਕਿਸਾਨ ਸਮਝਦਾਰ ਅਤੇ ਖੇਤੀਬਾੜੀ ਦਾ ਚੰਗਾ ਗਿਆਨ ਰੱਖਦੇ ਹਨ, ਉਹ ਇਸ ਮੌਕੇ 'ਤੇ ਆਪਣੇ ਵਿਚਾਰ ਸਭ ਨਾਲ ਸਾਂਝੇ ਕਰਨ ਡੰਡੀ। ਉਹਨਾਂ ਦੇ ਵਿਚਾਰ ਕਲਮਬੰਦ ਵੀ ਕੀਤੇ ਜਾਣ ਤਾਂ ਜੋ ਉਹਨਾਂ 'ਤੇ ਕਿਸਾਨ ਜਥੇਬੰਦੀਆਂ ਆਪਣੇ ਵਿਚਾਰਾਂ ਦਾ ਆਦਾਨ ਪ੍ਰਦਾਨ ਕਰ ਸਕਣ ਡੰਡੀ। ਭਾਰਤ ਦਾ ਵਿਧਾਨ ਲਿਖਣ ਸਮੇਂ ਉਸ ਵੇਲੇ ਦੇ ਵਿਦਵਾਨਾਂ ਦੀ ਇਹ ਸੋਚ ਹੋ ਸਕਦੀ ਹੈ ਕਿ ਭਾਰਤ ਬਹੁਤ ਵੱਡਾ ਦੇਸ਼ ਹੈ ਡੰਡੀ। ਇਸ ਦੇ ਹਰ ਪ੍ਰਾਂਤ ਦੇ ਲੋਕ ਵੱਖ ਵੱਖ ਢੰਗਾਂ ਨਾਲ ਖੇਤੀ ਕਰਦੇ ਹਨ ਡੰਡੀ। ਉਹਨਾਂ ਦੀ ਖੇਤੀ ਕਰਨ ਦੀ ਸਮਰੱਥਾ ਵੀ ਵੱਖ ਵੱਖ ਹੈ ਡੰਡੀ। ਵੱਡਾ ਮੁਲਕ ਹੋਣ ਕਰਕੇ ਮੌਸਮ ਵੀ ਪ੍ਰਾਂਤਾਂ ਵਿੱਚ ਵੱਖ ਵੱਖ ਹੁੰਦਾ ਹੈ। ਕਿਤੇ ਬਹੁਤ ਗਰਮੀ ਹੈ ਅਤੇ ਕਿਤੇ ਸਰਦੀ ਡੰਡੀ। ਪਾਰਾ ਜ਼ਮੀਨਾਂ ਦੀ ਉਪਜਾਊ ਸ਼ਕਤੀ ਵੀ ਵੱਖ ਵੱਖ ਤਰ੍ਹਾਂ ਦੀ ਹੈ। ਪਾਣੀ ਦੇ ਸੋਮੇ ਵੀ ਵੱਖ ਵੱਖ ਹਨ ਡੰਡੀ। ਫਸਲਾਂ ਦੀ ਲੋੜ ਉਹਨਾਂ ਦੇ ਖਾਣ ਪੀਣ ਦੇ ਤੌਰ ਤਰੀਕਿਆਂ 'ਤੇ ਨਿਰਭਰ ਹੁੰਦੀ ਹੈ ਡੰਡੀ। ਇਹਨਾਂ ਸਾਰੇ ਵਿਸ਼ਿਆਂ ਨੂੰ ਮੁੱਖ ਰੱਖਦਿਆਂ ਹੋਇਆਂ ਉਸ ਸਮੇਂ ਦੇ ਨੀਤੀਵਾਨਾਂ ਨੇ ਇਹੀ ਸਮਝਿਆ ਹੋਵੇਗਾ ਕਿ ਕਿਸਾਨੀ ਅਤੇ ਖੇਤੀ ਸੰਬੰਧੀ ਕਾਨੂੰਨ ਪ੍ਰਾਂਤਾਂ ਦੀਆਂ ਸਰਕਾਰਾਂ ਨੂੰ ਹੀ ਬਣਾਉਣ ਦੇਣੇ ਚਾਹੀਦੇ ਹਨ, ਕਿਉਂਕਿ ਉਹ ਕਿਸਾਨੀ ਦੀਆਂ ਲੋੜਾਂ ਅਤੇ ਮੁਸ਼ਕਲਾਂ ਨੂੰ ਨੇੜੇ ਤੋਂ ਸਮਝਣ ਅਤੇ ਉਹਨਾਂ ਦੇ ਹੱਲ ਲੱਭਣ ਦੇ ਸਮਰੱਥ ਹੋ ਸਕਦੀਆਂ ਹਨ ਅਤੇ ਉਹਨਾਂ ਦੀਆਂ ਲੋੜਾਂ ਅਨੁਸਾਰ ਕਾਨੂੰਨ ਬਣਾ ਸਕਦੀਆਂ ਹਨ ਡੰਡੀ। ਸਟਾਰਟ। ਕਈ ਮਹੀਨਿਆਂ ਤੋਂ ਜੋ ਕਿਸਾਨ ਸੰਘਰਸ਼ ਚੱਲ ਰਿਹਾ ਹੈ, ਉਸ ਬਾਬਤ ਅਖਬਾਰਾਂ, ਟੀਵੀ ਚੈਨਲਾਂ 'ਤੇ ਬਹੁਤ ਕੁਝ ਲਿਖਿਆ ਅਤੇ ਕਿਹਾ ਜਾ ਰਿਹਾ ਹੈ ਡੰਡੀ। ਸਾਰੇ ਦੇਸ਼ ਵਾਸੀ ਇਸ ਬਾਬਤ ਰੋਜ਼ ਪੜ੍ਹਦੇ ਅਤੇ ਸੁਣਦੇ ਹਨ ਅਤੇ ਚਰਚਾ ਵੀ ਕਰਦੇ ਹਨ ਡੰਡੀ। ਹਰ ਸੰਘਰਸ਼ ਕਿਸੇ ਮਿੱਥੇ ਟੀਚੇ 'ਤੇ ਪਹੁੰਚਣ ਲਈ ਕੀਤਾ ਜਾਂਦਾ ਹੈ ਅਤੇ ਉਸ ਲਈ ਚੰਗੀ ਨੀਤੀ ਅਪਣਾਉਣਾ ਬਹੁਤ ਹੀ ਮਹੱਤਵਪੂਰਨ ਹੁੰਦਾ ਹੈ ਡੰਡੀ। ਸੰਘਰਸ਼ ਦੇ ਮਿੱਥੇ ਟੀਚੇ 'ਤੇ ਪਹੁੰਚਣ ਲਈ ਕਈ ਵਾਰ ਅੱਗੇ ਵਧਣ ਦੇ ਨਾਲ ਨਾਲ ਮੌਕਾ ਵੇਖ ਕੇ ਪਿੱਛੇ ਵੀ ਹਟਣਾ ਪੈਂਦਾ ਹੈ ਡੰਡੀ। ਸੰਘਰਸ਼ ਜੇ ਲੰਮੇ ਸਮੇਂ ਲਈ ਚੱਲਣ 'ਤੇ ਉਸ ਵਿੱਚ ਕਮਜ਼ੋਰੀ ਆਉਣ ਦਾ ਡਰ ਵੀ ਹੁੰਦਾ ਹੈ ਡੰਡੀ। ਇਸ ਸੰਬੰਧੀ ਅਜੀਤ ਵਿੱਚ ਕਈ ਲੇਖ ਛਪੇ ਹਨ ਜੋ ਵਿਚਾਰਨ ਲਈ ਮਹੱਤਵਪੂਰਨ ਹਨ ਡੰਡੀ। ਇਸ ਕਿਸਾਨੀ ਸੰਘਰਸ਼ ਦਾ ਨਤੀਜਾ ਕੀ ਨਿਕਲੇਗਾ ਅਤੇ ਉਸ ਦਾ ਅਸਰ ਦੇਸ਼ ਵਾਸੀਆਂ, ਪੰਜਾਬ ਅਤੇ ਪੰਜਾਬੀਆਂ ਸੰਘਰਸ਼ ਕਰਨ ਵਾਲਿਆਂ 'ਤੇ ਕੀ ਪਵੇਗਾ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸ ਸਕੇਗਾ ਡੰਡੀ। ਸਮੇਂ ਨਾਲ ਸਾਇੰਸ ਅਤੇ ਤਕਨਾਲੋਜੀ ਨੇ ਹਰ ਖੇਤਰ ਵਿੱਚ ਬਹੁਤ ਬਦਲਾਅ ਲਿਆਂਦੇ ਹਨ ਡੰਡੀ। ਜਿਵੇਂ ਕਿ ਕੁਝ ਸਾਲ ਪਹਿਲਾਂ ਕੋਈ ਸੋਚ
ਵੀ ਨਹੀਂ ਸੀ ਸਕਦਾ ਕਿ ਅੱਖ ਦਾ ਮੋਤੀਆ ਬਿੰਦ ਬਦਲਿਆ ਜਾ ਸਕਦਾ ਹੈ। ਡੰਡੀ ਇੱਕ ਤਾਰ ਰਾਹੀਂ ਦਿਲ ਵਿੱਚ ਪਹੁੰਚ ਕੇ ਉਸ ਦੇ ਰੋਗਾਂ ਦਾ ਗਿਆਨ ਪ੍ਰਾਪਤ ਕਰਕੇ ਬਿਮਾਰੀ ਦਾ ਲੋੜੀਂਦਾ ਇਲਾਜ ਕੀਤਾ ਜਾ ਸਕਦਾ ਹੈ। ਡੰਡੀ 10 ਤੋਂ 15 ਸਾਲ ਪੁਰਾਣੇ ਟਰੱਕ, ਕਾਰਾਂ, ਟੈਂਪੂ ਸਭ ਕਬਾੜ ਬਣ ਜਾਣਗੇ। ਡੰਡੀ ਪੁਰਾਣੀਆਂ ਇਮਾਰਤਾਂ ਢਾਹ ਕੇ ਸਮੇਂ ਦੀ ਲੋੜ ਅਨੁਸਾਰ ਨਵੀਆਂ ਅਤੇ ਬਹੁਤ ਸੁੰਦਰ ਇਮਾਰਤਾਂ ਬਣਨਗੀਆਂ। ਡੰਡੀ ਬੈਂਕਾਂ ਦਾ ਪੈਸਾ ਘਰ ਜਾਂ ਦਫ਼ਤਰ ਵਿੱਚ ਬੈਠਿਆਂ ਹੀ ਇੱਕ ਖਾਤੇ ਵਿੱਚੋਂ ਦੂਜੇ ਖਾਤੇ ਵਿੱਚ ਭੇਜਿਆ ਜਾ ਸਕੇਗਾ। ਡੰਡੀ ਸਮੇਂ ਨਾਲ ਹਰ ਖੇਤਰ ਵਿੱਚ ਤਬਦੀਲੀ ਆਉਂਦੀ ਹੈ। ਡੰਡੀ ਇਸੇ ਕਰਕੇ ਸਕੂਲਾਂ, ਕਾਲਜਾਂ ਅਤੇ ਵੱਡੇ ਵਿਦਿਆਲਿਆਂ ਵਿੱਚ ਪੜ੍ਹਾਈ ਦੇ ਕੋਰਸ ਸਮੇਂ ਦੀ ਲੋੜ ਅਨੁਸਾਰ ਬਦਲੇ ਜਾ ਰਹੇ ਹਨ। ਡੰਡੀ ਜੋ ਇਸ ਤਰ੍ਹਾਂ ਦਾ ਬਦਲਾਅ ਨਹੀਂ ਕਰੇਗਾ ਪਿੱਛੇ ਰਹਿ ਜਾਏਗਾ। ਡੰਡੀ ਇਸੇ ਮਨੋਰਥ ਨੂੰ ਮੁੱਖ ਰੱਖਦਿਆਂ ਹੋਇਆਂ ਇਸ ਯੁੱਗ ਦੇ ਇੰਨੇ ਵੱਡੇ ਕਿਸਾਨ ਅੰਦੋਲਨ ਨੂੰ ਕਿਵੇਂ ਕਿਸੇ ਚੰਗੀ ਦਿਸ਼ਾ ਵਿੱਚ ਬਦਲਿਆ ਜਾਵੇ ਤਾਂ ਜੋ ਉਹ ਸੋਚ ਆਉਣ ਵਾਲੇ ਸਮੇਂ ਵਿੱਚ ਕਿਸਾਨੀ ਜ਼ਿੰਦਗੀ ਵਿੱਚ ਕੋਈ ਵਧੀਆ ਤਬਦੀਲੀ ਲਿਆ ਸਕੇ, ਤਾਂ ਜੋ ਕਿਸਾਨ ਨੂੰ ਖੁਸ਼ਹਾਲੀ ਦੇ ਰਾਹ 'ਤੇ ਪਾਇਆ ਜਾ ਸਕੇ। ਡੰਡੀ ਕਿਸਾਨ ਜਥੇਬੰਦੀਆਂ ਨੂੰ ਰੋਜ਼ ਕੁਝ ਸਮਾਂ ਕੱਢ ਕੇ ਇਸ 'ਤੇ ਵਿਚਾਰ ਕਰਨ ਲਈ ਮੇਰੀ ਪ੍ਰਾਰਥਨਾ ਹੈ। ਡੰਡੀ ਰੋਜ਼ ਸਮੇਂ ਲਈ ਜੋ ਕਿਸਾਨ ਸਮਝਦਾਰ ਅਤੇ ਖੇਤੀਬਾੜੀ ਦਾ ਚੰਗਾ ਗਿਆਨ ਰੱਖਦੇ ਹਨ, ਉਹ ਇਸ ਮੌਕੇ 'ਤੇ ਆਪਣੇ ਵਿਚਾਰ ਸਭ ਨਾਲ ਸਾਂਝੇ ਕਰਨ। ਡੰਡੀ ਉਹਨਾਂ ਦੇ ਵਿਚਾਰ ਕਲਮਬੰਦ ਵੀ ਕੀਤੇ ਜਾਣ ਤਾਂ ਜੋ ਉਹਨਾਂ 'ਤੇ ਕਿਸਾਨ ਜਥੇਬੰਦੀਆਂ ਆਪਣੇ ਵਿਚਾਰਾਂ ਦਾ ਆਦਾਨ ਪ੍ਰਦਾਨ ਕਰ ਸਕਣ। ਡੰਡੀ ਭਾਰਤ ਦਾ ਵਿਧਾਨ ਲਿਖਣ ਸਮੇਂ ਉਸ ਵੇਲੇ ਦੇ ਵਿਦਵਾਨਾਂ ਦੀ ਇਹ ਸੋਚ ਹੋ ਸਕਦੀ ਹੈ ਕਿ ਭਾਰਤ ਬਹੁਤ ਵੱਡਾ ਦੇਸ਼ ਹੈ। ਡੰਡੀ ਇਸ ਦੇ ਹਰ ਪ੍ਰਾਂਤ ਦੇ ਲੋਕ ਵੱਖ-ਵੱਖ ਢੰਗਾਂ ਨਾਲ ਖੇਤੀ ਕਰਦੇ ਹਨ। ਡੰਡੀ ਉਹਨਾਂ ਦੀ ਖੇਤੀ ਕਰਨ ਦੀ ਸਮਰੱਥਾ ਵੀ ਵੱਖ-ਵੱਖ ਹੈ। ਡੰਡੀ ਵੱਡਾ ਮੁਲਕ ਹੋਣ ਕਰਕੇ ਮੌਸਮ ਵੀ ਪ੍ਰਾਂਤਾਂ ਵਿੱਚ ਵੱਖ-ਵੱਖ ਹੁੰਦਾ ਹੈ, ਕਿਤੇ ਬਹੁਤ ਗਰਮੀ ਅਤੇ ਕਿਤੇ ਸਰਦੀ। ਡੰਡੀ ਇਹ ਵੀ ਵਿਚਾਰਨ ਦੀ ਲੋੜ ਹੈ ਕਿ ਪ੍ਰਾਂਤਾਂ ਦੀਆਂ ਮਾਰਕੀਟ ਕਮੇਟੀਆਂ, ਮੰਡੀਕਰਨ ਬੋਰਡ, ਖੇਤੀਬਾੜੀ ਮਹਿਕਮੇ, ਖੇਤੀਬਾੜੀ ਯੂਨੀਵਰਸਿਟੀਆਂ ਆਦਿ ਦਾ ਖੇਤੀ ਵਿਕਾਸ ਲਈ ਕਿੰਨਾ ਕੁ ਯੋਗਦਾਨ ਹੈ ਅਤੇ ਉਹਨਾਂ ਦੀ ਪਹੁੰਚ ਵਿੱਚ ਕੀ ਪਰਿਵਰਤਨ ਲਿਆਉਣ ਦੀਆਂ ਲੋੜਾਂ ਹਨ। ਡੰਡੀ ਹਰ ਤਰ੍ਹਾਂ ਦੀ ਜਿਣਸ ਜਾਂ ਖੇਤੀ ਦੀ ਉਪਜ ਦਾ ਆਪਣਾ ਇੱਕ ਬੋਰਡ ਲਾਉਣਾ ਚਾਹੀਦਾ ਹੈ, ਜਿਸ ਵਿੱਚ ਉਸ ਖੇਤੀ ਦੀ ਉਪਜ ਨਾਲ ਸੰਬੰਧਿਤ ਕਿਸਾਨ ਉਸ ਦੇ ਮੈਂਬਰ ਹੋਣ ਅਤੇ ਉਸ ਬੋਰਡ ਦਾ ਫੈਸਲਾ ਪ੍ਰਾਂਤਾਂ ਦੀਆਂ ਸਰਕਾਰਾਂ ਨੂੰ ਖੇਤੀ ਦਾ ਮੁੱਲ ਨਿਸ਼ਚਿਤ ਕਰਨ ਵੇਲੇ ਮੰਨਣਾ ਪਵੇ। ਡੰਡੀ ਸਭ ਤੋਂ ਵੱਡੀ ਅਤੇ ਜ਼ਰੂਰੀ ਗੱਲ ਇਹ ਹੈ ਕਿ ਕਿਹੜੀ ਜਿਣਸ ਜਾਂ ਖੇਤੀ ਦਾ ਉਤਪਾਦਨ ਕੀਤਾ ਜਾਵੇ, ਜਿਸ ਦੇ ਮੰਡੀਕਰਨ ਨਾਲ ਕਿਸਾਨ ਨੂੰ ਉਸ ਦਾ ਲਾਹੇਵੰਦ ਮੁੱਲ ਮਿਲ ਸਕੇ। ਡੰਡੀ ਲੋੜ ਅਤੇ ਉਪਜ ਦਾ ਇੱਕ ਸੁਨਹਿਰੀ ਅਸੂਲ ਹੈ ਜੋ ਹਰ ਕਿੱਤੇ 'ਤੇ ਲਾਗੂ ਹੁੰਦਾ ਹੈ। ਡੰਡੀ ਦੱਸਿਆ ਜਾ ਰਿਹਾ ਹੈ ਕਿ ਤਕਰੀਬਨ 2 ਤੋਂ 2.5 ਸਾਲ ਦੀ ਲੋੜ ਦਾ ਕਣਕ ਦਾ ਜ਼ਖੀਰਾ ਪੰਜਾਬ ਅਤੇ ਹੋਰ ਪ੍ਰਦੇਸ਼ਾਂ ਦੇ ਗੋਦਾਮਾਂ ਵਿੱਚ
ਪਿਆ ਹੈ। ਡੰਡੀ 1 ਜਾਂ 1.5 ਮਹੀਨੇ ਬਾਅਦ ਕਣਕ ਦੀ ਫਸਲ ਮੰਡੀਆਂ ਵਿੱਚ ਆਉਣ ਵਾਲੀ ਹੈ, ਪਰ ਇਸ ਆਉਣ ਵਾਲੀ ਕਣਕ ਨੂੰ ਕਿੰਨੀ ਭਾਰਤ ਸਰਕਾਰ ਖਰੀਦੇਗੀ ਅਤੇ ਕਿੱਥੇ ਰੱਖੇਗੀ? ਡੰਡੀ ਜੇਕਰ ਇਹ ਸੱਚ ਹੈ ਤਾਂ ਇਸ ਤਰ੍ਹਾਂ ਦੀ ਮੁਸ਼ਕਲ ਸਾਲ 2010 ਵਿੱਚ ਵੀ ਆਈ ਸੀ। ਡੰਡੀ ਉਸ ਵੇਲੇ ਭਾਰਤ ਸਰਕਾਰ ਕੋਲ ਤਕਰੀਬਨ 6 ਮਿਲੀਅਨ ਟਨ ਕਣਕ ਦਾ ਜ਼ਖੀਰਾ ਸੀ ਅਤੇ ਦੇਸ਼ ਨੂੰ ਸਿਰਫ 21 ਮਿਲੀਅਨ ਟਨ ਹੀ ਚਾਹੀਦਾ ਸੀ। ਡੰਡੀ ਉਸ ਵੇਲੇ ਦੀ ਸਰਕਾਰ ਨੂੰ ਇਸ ਕੁੜਿੱਕੀ 'ਚੋਂ ਨਿਕਲਣ ਲਈ ਕਣਕ $250 ਪ੍ਰਤੀ ਟਨ ਵੇਚਣੀ ਪਈ ਸੀ, ਜਦੋਂ ਕਿ ਇੰਟਰਨੈਸ਼ਨਲ ਮੁੱਲ $350 ਪ੍ਰਤੀ ਟਨ ਸੀ। ਡੰਡੀ ਕਹਿਣ ਤੋਂ ਭਾਵ ਇਹ ਹੈ ਕਿ ਹਰ ਸਰਕਾਰ ਦੀ ਆਮਦਨ ਆਮ ਆਦਮੀ ਦੇ ਟੈਕਸਾਂ ਤੋਂ ਹੀ ਆਉਂਦੀ ਹੈ। ਡੰਡੀ ਹਰ ਸਰਕਾਰ ਦਾ ਉਪਰਾਲਾ ਇਹੀ ਹੋਵੇਗਾ ਕਿ ਉਸ ਦੇ ਕੋਲ ਲੋਕ ਖੁਸ਼ਹਾਲ ਹੋਣ, ਤਾਂ ਹੀ ਤਾਂ ਉਸ ਦੀ ਆਮਦਨ ਵਿੱਚ ਵਾਧਾ ਹੋ ਸਕੇਗਾ। ਡੰਡੀ ਵਿਚਾਰ ਅਧੀਨ ਇਹੀ ਵਿਸ਼ਾ ਬਹੁਤ ਮਹੱਤਵਪੂਰਨ ਹੈ ਕਿ ਕਿਹੜੀ ਖੇਤੀ ਕੀਤੀ ਜਾਵੇ, ਕਿੰਨੀ ਜ਼ਮੀਨ ਵਿੱਚ ਕੀਤੀ ਜਾਵੇ, ਉਸ ਦੀ ਉਪਜ ਕੀ ਹੋਵੇਗੀ ਅਤੇ ਉਸ ਦੀ ਖਪਤ ਕਿੱਥੇ ਹੋਵੇਗੀ। ਡੰਡੀ ਇਸ ਸੰਬੰਧੀ ਕੇਂਦਰ ਸਰਕਾਰ ਨੂੰ ਰਾਜ ਸਰਕਾਰਾਂ ਅਤੇ ਕਿਸਾਨ ਸੰਗਠਨਾਂ ਨਾਲ ਨਿਰੰਤਰ ਗੱਲਬਾਤ ਕਰਕੇ ਨਵੀਂ ਖੇਤੀ ਨੀਤੀ ਬਣਾਉਣੀ ਚਾਹੀਦੀ ਹੈ। ਡੰਡੀ ਮੌਜੂਦਾ ਗਤੀਰੋਧ ਵੀ ਅਜਿਹੀ ਪਹੁੰਚ ਨਾਲ ਹੀ ਹੱਲ ਹੋ ਸਕਦਾ ਹੈ। ਡੰਡੀ ਸਟਾਰਟ ਆਮ ਧਾਰਨਾ ਮੁਤਾਬਕ ਚੀਨ ਤੋਂ 2019 ਦੇ ਅਖੀਰ 'ਤੇ ਸ਼ੁਰੂ ਹੋਈ ਕਰੋਨਾ ਦੀ ਭਿਆਨਕ ਬਿਮਾਰੀ ਛੇਤੀ ਹੀ ਦੁਨੀਆ ਭਰ ਦੇ ਮੁਲਕਾਂ ਵਿੱਚ ਜੰਗਲ ਦੀ ਅੱਗ ਦੀ ਤਰ੍ਹਾਂ ਫੈਲ ਗਈ। ਡੰਡੀ ਭਾਰਤ ਵਿੱਚ ਇਸ ਨੇ 2020 ਦੇ ਪਹਿਲੇ ਮਹੀਨੇ ਦਸਤਕ ਦਿੱਤੀ। ਡੰਡੀ ਮਾਰਚ 2020 ਮਹੀਨੇ ਵਿੱਚ ਕੀਤੀ ਗਈ ਤਾਲਾਬੰਦੀ ਸਮੇਂ ਇਤਫਾਕਨ ਸਿੱਖਿਆ ਸੰਸਥਾਵਾਂ ਆਪਣੇ ਕਾਰਜ ਦੀ ਚਰਮ ਸੀਮਾ ਵੱਲ ਵਧ ਰਹੀਆਂ ਸਨ। ਡੰਡੀ ਸਾਲਾਨਾ ਪ੍ਰੀਖਿਆਵਾਂ ਦਾ ਸਮਾਂ ਸੀ। ਡੰਡੀ ਛੋਟੀਆਂ ਜਮਾਤਾਂ ਦੇ ਇਮਤਿਹਾਨ ਹੋ ਚੁੱਕੇ ਸਨ, ਜਦੋਂ ਕਿ ਬੋਰਡਾਂ ਯੂਨੀਵਰਸਿਟੀਆਂ ਦੀਆਂ ਪ੍ਰੀਖਿਆਵਾਂ ਜਾਂ ਤਾਂ ਅਜੇ ਸ਼ੁਰੂ ਹੋਈਆਂ ਹੀ ਸਨ ਅਤੇ ਜਾਂ ਫਿਰ ਸ਼ੁਰੂ ਹੋਣੀਆਂ ਸਨ। ਡੰਡੀ ਕਿਵੇਂ ਨਾ ਕਿਵੇਂ ਸਿੱਖਿਆ ਸੰਸਥਾਵਾਂ ਨੇ ਆਪਣੇ ਵਿਦਿਆਰਥੀਆਂ ਦੇ ਸਾਲ ਮਰਨ ਤੋਂ ਬਚਾਉਣ ਲਈ ਉਹਨਾਂ ਨੂੰ ਅਗਲੀਆਂ ਜਮਾਤਾਂ ਵਿੱਚ ਕਰ ਦਿੱਤਾ। ਡੰਡੀ ਅੰਕੜਿਆਂ ਦੀ ਖੇਡ ਖੇਡਣ ਵਾਲਿਆਂ ਨੇ ਬੋਰਡਾਂ ਯੂਨੀਵਰਸਿਟੀਆਂ ਦੇ ਇਸ ਤਰ੍ਹਾਂ ਦੇ ਐਲਾਨੇ ਨਤੀਜਿਆਂ ਨੂੰ ਆਧਾਰ ਬਣਾ ਕੇ ਆਪਣੀਆਂ ਪ੍ਰਾਪਤੀਆਂ ਦੇ ਸੋਲੇ ਗਾਉਣੇ ਸ਼ੁਰੂ ਕਰ ਦਿੱਤੇ। ਡੰਡੀ ਜਦੋਂ ਕਿ ਸਰਕਾਰਾਂ ਨੇ ਸਿੱਖਿਆ ਸੰਸਥਾਵਾਂ ਨੂੰ ਖੋਲ੍ਹਣ ਦਾ ਰਿਸਕ ਨਾ ਲੈ ਕੇ ਆਨਲਾਈਨ ਪੜ੍ਹਾਈ ਕਰਾਉਣ ਦੀ ਵਿਵਸਥਾ ਕਰ ਲਈ। ਡੰਡੀ ਜਦੋਂ ਸਰਕਾਰ ਵੱਲੋਂ ਆਪਣੇ ਸਰਕਾਰੀ ਸਕੂਲਾਂ 'ਤੇ ਵਿਦਿਆਰਥੀਆਂ ਨੂੰ ਆਨਲਾਈਨ ਪੜ੍ਹਾਈ ਕਰਵਾਈ ਜਾ ਰਹੀ ਸੀ ਤਾਂ ਮੀਡੀਏ ਵਿੱਚ ਇਸ ਦੀ ਹਕੀਕਤ ਨਿਰੰਤਰ ਸਾਹਮਣੇ ਆਉਂਦੀ ਰਹੀ ਹੈ। ਡੰਡੀ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਇਹਨਾਂ ਦਿਨਾਂ ਵਿੱਚ ਖੇਤਾਂ ਵਿੱਚ ਝੋਨੇ ਦੀ ਲੁਆਈ ਕਰਦੇ ਹੋਏ ਇਹ ਪੜ੍ਹਾਈ ਕਰ ਰਹੇ ਸਨ। ਡੰਡੀ ਫਿਰ ਸਰਕਾਰ ਕੋਲ ਗੱਲ ਪਹੁੰਚੀ ਕਿ ਵਿਦਿਆਰਥੀਆਂ ਕੋਲ ਮੋਬਾਈਲ ਫੋਨ ਨਾ ਹੋਣ ਕਰਕੇ ਉਹ ਪੜ੍ਹਾਈ ਕਰਨ ਤੋਂ ਵਾਂਝੇ ਰਹਿ ਰਹੇ ਹਨ। ਡੰਡੀ ਸਰਕਾਰ ਨੇ ਵਿਦਿਆਰਥੀਆਂ ਨੂੰ ਆਪਣੀ ਸਰਕਾਰੀ ਸਮਾਰਟ ਯੋਜਨਾ ਰਾਹੀਂ ਸਮਾਰਟਫੋਨ ਵੰਡਣ ਦਾ ਐਲਾਨ ਕੀਤਾ, ਜੋ ਵਿੱਦਿਅਕ ਸਾਲ ਦੇ ਅਖੀਰ ਹੋਣ 'ਤੇ ਅਜੇ ਵੀ ਵੰਡੇ ਜਾ ਰਹੇ ਹਨ। ਡੰਡੀ
ਵਿਦਿਆਰਥੀਆਂ ਦੇ ਮਾਪਿਆਂ ਦੀ ਆਰਥਿਕ ਹਾਲਤ ਪਤਲੀ ਹੋਣ ਕਾਰਨ ਇਹਨਾਂ ਸਮਾਰਟਫੋਨਾਂ ਵਿੱਚ ਇੰਟਰਨੈੱਟ ਪੈਕ ਪੁਆਏ ਜਾਣ ਬਾਰੇ ਸਰਕਾਰ ਨੇ ਚੁੱਪ ਧਾਰਨ ਵਿੱਚ ਹੀ ਗਨੀਮਤ ਸਮਝੀ ਡੰਡੀ। ਇਸੇ ਤਰ੍ਹਾਂ ਗਰੀਬ ਮਾਪਿਆਂ ਕੋਲ ਟੈਲੀਵਿਜ਼ਨ ਸੈੱਟ ਨਾ ਹੋਣ ਜਾਂ ਫਿਰ ਬਿਜਲੀ ਕਿੱਟਾਂ ਦੀ ਆਮ ਸਮੱਸਿਆ ਸੰਬੰਧੀ ਵੀ ਚੁੱਪ ਧਾਰਨ ਵਿੱਚ ਹੀ ਸਰਕਾਰ ਦਾ ਭਲਾ ਸਮਝਿਆ ਹੈ ਡੰਡੀ। ਇਸ ਤੋਂ ਬਾਅਦ ਪੰਜਾਬ ਸਰਕਾਰ ਨੇ ਪਹਿਲੀਆਂ ਵਿੱਚ ਅਕਤੂਬਰ ਮਹੀਨੇ 10ਵੀਂ 12ਵੀਂ ਦੇ ਵਿਦਿਆਰਥੀਆਂ ਨੂੰ ਸਕੂਲ ਬੁਲਾਇਆ ਅਤੇ ਫਿਰ ਪੜਾਅਵਾਰ 5ਵੀਂ ਜਮਾਤ ਅਤੇ ਅੰਤ ਵਿੱਚ 1 ਫਰਵਰੀ ਤੋਂ 1 ਜਮਾਤ ਤੋਂ ਸਾਰੇ ਵਿਦਿਆਰਥੀਆਂ ਵਾਸਤੇ ਸਕੂਲ ਖੋਲ੍ਹ ਦਿੱਤੇ ਡੰਡੀ। ਇਸ ਦੇ ਨਾਲ ਹੀ ਸਕੂਲਾਂ ਦੇ ਅਧਿਆਪਕਾਂ ਦੇ ਕਰੋਨਾ ਟੈਸਟ ਕਰਵਾਏ ਜਾਣੇ ਸ਼ੁਰੂ ਹੋ ਗਏ ਡੰਡੀ। ਟੈਸਟਾਂ ਵਿੱਚ ਅਕਸਰ ਹੀ ਅਧਿਆਪਕਾਂ ਦੇ ਕਰੋਨਾ ਪਾਜ਼ੀਟਿਵ ਪਾਏ ਜਾਣ ਦੀਆਂ ਖਬਰਾਂ ਨਸ਼ਰ ਹੁੰਦੀਆਂ ਰਹਿੰਦੀਆਂ ਹਨ ਡੰਡੀ। ਇਸੇ ਆਧਾਰ 'ਤੇ ਕੁਝ ਲੋਕ ਸਕੂਲ ਬੰਦ ਕਰਨ ਦੀ ਮੰਗ ਕਰ ਰਹੇ ਹਨ ਡੰਡੀ।